हाँ जी, इस हफ्ते अपने को 2 ਸਕੈਦੇ ਆਏ ਆ ਪਾਸ ਕੀਤੇ ਹੋਏ। ਇਸ ਤੋਂ ਇਲਾਵਾ YouTube ਤੇ ਵੀ ਮੈਸੇਜ ਆਏ ਹੋਏ, ਪਰ ਜਿਨ੍ਹਾਂ ਨੇ ਸਕੈਦੇ ਭੇਜੇ ਆ ਤੇ ਉਹਨਾਂ ਦੇ ਆਪਾਂ ਇੱਥੇ ਸ਼ੋਅ ਕਰਦੇ ਤੇ ਜਿਹਦੇ ਨਾਲ ਜਿੰਨੇ ਵੀ ਆਪਾਂ ਪੋਸੀਬਲ ਹੁੰਦੇ ਵੱਧ ਤੋਂ ਵੱਧ ਸਕੈਦੇ ਆਪਾਂ ਉਹਦਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸਾਰਿਆਂ ਨੂੰ ਜਿਨ੍ਹਾਂ ਨੇ ਮੈਸੇਜ ਕੀਤਾ ਉਹਨਾਂ ਨੂੰ ਵੀ ਮੁਬਾਰਕਾਂ। ਬਾਕੀ ਸਰਵਪ੍ਰੀਤ ਸਿੰਘ ਵੀਰ ਨੇ ਕੀਤਾ, ਇਹਨਾਂ ਨੇ A1 ਜਿਹੜਾ ਹੁੰਦਾ ਲਾਇਸੈਂਸ ਉਹ ਕੀਤਾ ਤੇ ਜਿਹੜੇ ਵੀ ਮਤਲਬ 16 ਸਾਲ ਦੀ ਉਮਰ ਹੈ ਉਹ ਕਰ ਸਕਦੇ ਬੱਚੇ ਤੇ YouTube ਤੋਂ ਪੜ੍ਹ ਕੇ ਕੀਤਾ। ਵੀਰ ਨੂੰ ਬਹੁਤ ਮੁਬਾਰਕਾਂ, ਇਹਨਾਂ ਨੇ 0 ਗਲਤੀ ਤੋਂ ਪਾਸ ਕੀਤਾ 10 ਮਾਰਚ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਜੀ ਸਰਪ੍ਰੀਤ ਵੀਰ ਨੂੰ। ਤੇ ਦੂਸਰਾ ਆਪਣੇ ਕੋਲ ਸਕੈਦਾ ਆਇਆ ਹੈ ਜਸਵਿੰਦਰ ਸਿੰਘ ਵੀਰ ਦਾ, ਇਹਨਾਂ ਨੇ ਲਤੀਨਾ ਤੋਂ 3 ਮਾਰਚ ਨੂੰ ਪਾਸ ਕੀਤਾ ਹੈ 1 ਗਲਤੀ ਦੇ ਨਾਲ ਤੇ ਵੀਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਸਪੋਰਟ ਵੀ ਕੀਤਾ ਇਸ ਚੈਨਲ ਤੇ। ਜਦੋਂ ਤੁਹਾਨੂੰ ਪਤਾ ਹੀ ਹੈ ਸਾਰੇ ਵੀਡੀਓ ਆਪਾਂ ਪੂਰੇ ਤੇ ਪੂਰਾ ਲਾਇਸੈਂਸ ਅਪਲੋਡ ਕੀਤਾ ਹੋਇਆ ਹੈ। ਉਸ ਤੋਂ ਇਲਾਵਾ ਸਕੈਦੇ ਵੀ ਕੁਝ ਟ੍ਰਿਕਸ ਤੇ ਵੀਡੀਓ ਵੀ ਉਹ ਪਲੇਲਿਸਟ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬਿਲਕੁਲ ਫ੍ਰੀ ਹੈ ਚੈਨਲ ਤੇ, ਤੁਹਾਨੂੰ ਪਤਾ ਹੀ ਹੈ। ਤੇ ਹਾਂ, ਜੇ ਤੁਸੀਂ ਸਪੋਰਟ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਕਿਉਂਕਿ ਇਹ ਤੁਹਾਡੇ ਹੈਲਪ ਦੇ ਨਾਲ ਹੀ ਚੱਲ ਰਿਹਾ ਜੀ। ਓਕੇ ਜੀ, ਚਲੋ ਅੱਜ ਜਸਵਿੰਦਰ ਵੀਰ ਦਾ ਸਕੈਦਾ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਪਹਿਲਾ ਸਵਾਲ Il segnale raffigurato indica ਕਰਦਾ ਹੈ che si può svoltare soltanto a destra। ਸੌਖਾ ਜਿਹਾ ਤਾਂ ਮੁੜ ਸਕਦੇ ਆ ਸਿਰਫ ਸੱਜੇ ਪਾਸੇ। ਸਹੀ ਗੱਲ ਹੈ, ਸੱਜੇ ਪਾਸੇ ਮੁੜ ਸਕਦੇ ਤਾਂ ਮਨਾ ਵੀ ਹੋਊਗਾ ਜ਼ਰੂਰ ਜਦੋਂ ਜ਼ਰੂਰੀ ਹੈ। ਸੀ ਪੋ ਜ਼ਰੂਰੀ ਹੈ ਨਾਲ ਸੱਕ ਕੇ ਦੇਖੀਏ, ਜ਼ਰੂਰੀ ਹੈ ਸੱਜੇ ਪਾਸੇ ਮੁੜਨਾ। ਜਦੋਂ ਜ਼ਰੂਰੀ ਹੋਵੇ ਤੇ ਫਿਰ ਮਨਾ ਵੀ ਹੁੰਦਾ ਹੈ, ਸਿੱਧਾ ਵੀ ਮਨਾ ਖੱਬੇ ਮਨਾ ਪਤਾ ਹੀ ਹੈ। ਚੌਂਕ ਦੇ ਉੱਪਰ ਲੱਗਿਆ ਹੋਊਗਾ ਬਿਲਕੁਲ। ਇਸ ਤੋਂ ਪਹਿਲਾਂ ਇਹਦਾ ਪ੍ਰੇ ਵੀਜ਼ੋ ਵੀ ਹੋ ਸਕਦਾ, ਉਹ ਥੋੜਾ ਜਿਹਾ ਤੀਰ ਘੁੰਮ ਕੇ ਆਊਗਾ, ਉਹ ਹੋ ਗਿਆ। ਇਹਨਾਂ ਦੇ ਵਿੱਚ ਕਦੀ ਸੈਂਸੋਨਿਕੋ ਦੀ ਗੱਲ ਆ ਜੇ ਉਹ ਗਲਤ ਹੁੰਦੀ। ਸੈਂਸੋਨਿਕੋ ਦੇ ਸਾਈਨ ਹੋਰ ਹੁੰਦੇ ਆ। ਇਹ ਤਾਂ ਸਿਰਫ ਅੱਗੇ ਚੌਂਕ ਹੈ ਜਿੱਥੇ ਸੱਜੇ ਮੁੜਨਾ ਯਾਨੀ ਕਿ ਸਵੋਲਤਾਰੇ ਕਰਨਾ ਜ਼ਰੂਰੀ ਹੈ। ਠੀਕ ਹੈ, ਬਸ ਇਹ ਤਾਂ ਸਵਾਲ ਸਿੰਪਲ ਹੀ ਹੈ। ਚਲੋ ਅੱਗੇ ਚੱਲਦੇ ਹਾਂ। ਓਬਲੀਗੋ ਦਾ ਸਾਈਨ ਹੈ, ਪ੍ਰਿਸਕ੍ਰਿਪਸ਼ਨ ਦੀ ਕੈਟੇਗਰੀ 'ਚ ਆਉਂਦਾ ਹੈ। ਦੂਸਰਾ, ਉਹਦਾ ਪਹਿਲਾਂ ਆਪਾਂ ਫੋਟੋ ਨੂੰ ਦੇਖ ਕੇ ਕਿਹੜੀ ਲਾਈਟ ਹੋ ਸਕਦੀ ਹੈ। ਇਹ ਫੋਟੋ 'ਚ ਅਜੈਂਤੀ ਕਿਹੜੀ? ਜਾਲੋ। ਹਾਂ, ਜਾਲੋ ਫੀਸੋ, ਜਿਹਨੂੰ 5 ਸਕਿੰਟ ਜਿਹੜੀ ਜਗਦੀ ਹੈ, ਹਰੀ ਤੋਂ ਬਾਅਦ 5 ਸਕਿੰਟ ਜਗਣੀ ਫਿਰ ਲਾਲ ਹੋ ਜਾਣੀ ਹੈ। ਉਹਦਾ ਮਤਲਬ ਇਹ ਹੁੰਦਾ 5 ਸਕਿੰਟ 'ਚ ਜੇ ਤਾਂ ਰੁਕ ਸਕਦੇ ਰੁਕ ਜਾਓ, ਨਹੀਂ ਤਾਂ ਖਾਲੀ ਕਰ ਦਿਓ। 2 ਗੱਲਾਂ ਹੈ ਪੀਣੀਆਂ ਦੇ ਨਾਲ, ਜੇ ਰੁਕ ਸਕਦੇ ਰੁਕੋ, ਵੈਸੇ ਰੁਕਣਾ ਜ਼ਰੂਰੀ ਹੈ ਜੇ ਸਹੀ ਰੁਕ ਸਕਦੇ, ਨਹੀਂ ਤਾਂ ਖਾਲੀ ਕਰੋ। 2 ਗੱਲਾਂ ਹੈ। ਤੇ ਇਹਦੇ ਵਿੱਚ ਆਪਾਂ ਸਾਰੇ ਸਵਾਲ ਕੋਮੇਨ ਫਿਗੂਰਾ ਤੋਂ ਪੜ੍ਹਦੇ ਹੁੰਦੇ ਹਾਂ। ਜਿੱਦਾਂ ਫੋਟੋ ਹੈ ਯਾਨੀ ਕਿ ਪੀਲੀ ਲਾਈਟ ਫੀਸੋ, ਇਹ ਪੀਲੀ ਜਗਦੀ ਬੁਝਦੀ ਹੁੰਦੀ, ਉਹ ਤਾਂ ਲਾਈਟ ਜਗਦੀ ਬੁਝਦੀ ਰਾਤ ਨੂੰ ਜ਼ਿਆਦਾਤਰ ਮਿਲਦੀ ਹੈ। ਤੇ ਇਹ ਫੀਸੋ ਹੈ 5 ਸਕਿੰਟ ਵਾਲੀ। ਬਿਜ਼ੋਨੀਆ ਅਰੈਸਟਾਰਸੀ, ਜ਼ਰੂਰੀ ਹੈ ਰੁਕਣਾ। ਪ੍ਰੀਮਾ ਦੈਲਿੰਕਰੋਚੋ, ਚੌਂਕ ਤੋਂ ਪਹਿਲਾਂ ਜ਼ਰੂਰੀ ਹੈ ਰੁਕਣਾ। ਪਰ ਸੇ ਹੈ ਪੋਸੀਬਲੇ ਫਾਰਲੋ ਸੈਂਸਾ ਕਰੀਆਰੇ ਪੈਰੀਕੋਲੋ, ਹੈ ਨਾ। ਜਦੋਂ ਵੀ ਆ ਜਾਵੇ ਸੈਂਸਾ ਕਰੀਆਰੇ ਪੈਰੀਕੋਲੋ, ਬਿਨਾਂ ਕ੍ਰੀਏਟ ਕੀਤੇ ਖਤਰਾ। ਜੇ ਰੁਕ ਸਕਦੇ ਆ ਤਾਂ ਰੁਕ ਜਾਓ। ਹਾਂ, ਜੇ ਨਹੀਂ ਰੁਕ ਸਕਦੇ ਬਿਲਕੁਲ ਉੱਪਰ ਹੀ ਪਹੁੰਚ ਕੇ ਲੈਣ ਦੇ, ਫਿਰ ਤੁਸੀਂ ਛੇਤੀ ਛੇਤੀ ਖਾਲੀ ਕਰ ਦਿਓ। ਬਸ ਇਹ ਗੱਲ ਹੈ ਪੀਲੀ ਲਾਈਟ ਦੇ ਨਾਲ। ਤਾਂ ਇਹ ਦੋਨੋਂ ਸਵਾਲ, ਪਹਿਲਾ ਵੀ ਵੇਰੋ, ਦੂਸਰਾ ਵੀ ਵੇਰੋ। ਠੀਕ ਹੈ ਜੀ। ਤੀਸਰਾ, ਇਹ ਪਸਾਜੀ ਆਲੀ ਵੈਲੀ ਵਾਨੋ ਅਫਰੰਤਾਤੀ, ਉਹਦਾ ਸਾਹਮਣਾ ਕਰਨਾ ਚਾਹੀਦਾ, ਮਤਲਬ ਉੱਥੇ ਪਹੁੰਚਣਾ ਕਿੱਦਾਂ ਚਾਹੀਦਾ ਹੈ ਟ੍ਰੇਨ ਜਿੱਥੋਂ ਕ੍ਰੋਸ ਕਰਦੀ ਰੋਡ ਦੇ ਵਿੱਚੋਂ। ਆ ਵੈਲੋਚਿਤਾ ਮੋਲਤੋ, ਸਤਿ ਸ੍ਰੀ ਅਕਾਲ ਜੀ। ਮੋਲਤੋ ਐਲੇਵਾਤਾ ਤੇ ਪਹਿਲਾਂ ਤਾਂ ਇਹਨਾਂ ਦੱਸੋ ਪਸਾਜੀ ਲਵੈਲੀ ਦਾ ਸਾਹਮਣਾ ਕਰਨਾ ਚਾਹੀਦਾ। ਵੈਲੋਚਿਤਾ ਮੋਲਤੋ ਐਲੇਵਾਤਾ, ਸਪੀਡ ਬਹੁਤ ਜ਼ਿਆਦਾ ਐਲੇਵਾਤਾ ਜ਼ਿਆਦਾ। ਘੱਟ ਸਪੀਡ ਤਾਂ ਆਪਾਂ ਪੜ੍ਹੀ ਹੈ ਨਾ, ਰਲੰਤਾਰੇ ਮੋਦਰਾਰੇ ਦੀ ਮਿਨਵੀਰੇ ਰਿਦੂਰੇ ਆਦਿ ਗੁਆਰੇ, ਇਹ ਸਭ ਘੱਟ ਕਰਨਾ ਹੀ ਹੈ। ਪਰ ਜ਼ਿਆਦਾ ਸਪੀਡ ਦੇ 2-3 ਵਰਡ ਹੈਗੇ ਆ, ਵੈਲੋਚਿਤਾ ਆਲਤਾ, ਵੈਲੋਚਿਤਾ ਐਲੇਵਾਤਾ। ਇੱਕ ਥਾਂ ਤੇ ਵੈਲੋਚਿਤਾ ਸੋਸਟੇਨੂਤਾ ਵੀ ਲਿਖਿਆ ਆਉਂਦਾ, ਉਹਨਾਂ ਵੀ ਆਪਾਂ ਹਾਈ ਸਪੀਡ ਮੰਨਾਂਗੇ। ਤੇ ਇਹ ਤਾਂ ਕਦੀ ਵੀ ਨਹੀਂ ਕਰਨੀ ਆਪਾਂ। ਪੇਰ ਅਵਿਤਾਰੇ ਦੀ ਰਿਮਾਨੇਰੀ ਬਲੋਕਾਤੀ ਸੁਲਾ ਲੀਨੀਆ ਫੈਰੋਵੀਆਰੀਆ, ਕਿ ਬਲੋਕ ਨਾਰੇ ਜੀ ਤੇਜ਼ ਸਪੀਡ ਦਾ ਸਾਹਮਣਾ ਕਰੋ। ਮੋਲਤੋ ਐਲੇਵਾਤਾ ਨਹੀਂ, ਹੌਲੀ, ਇੰਨੀ ਸਪੀਡ ਤੇ ਜਾਓ ਕਿ ਲੋਡ ਪਵੇ ਤਾਂ ਰੋਕ ਵੀ ਸਕੀਏ। ਤਾਂ ਤੀਸਰਾ ਸਵਾਲ ਗਲਤ ਹੈ, ਮੋਲਤੋ ਐਲੇਵਾਤਾ ਕਰਕੇ ਤੇਜ਼ ਸਪੀਡ ਤੇ ਜਾਓ। ਉਹਦਾ ਇਹਦੇ ਵਿੱਚ ਇਹ ਹੈ ਜਦੋਂ ਵੀ ਜਾਣਾ ਤਾਂ ਤੁਸੀਂ ਉਹ ਸਾਰੀ ਗੱਲਾਂ ਧਿਆਨ 'ਚ ਕਰ ਲੈਣੀਆਂ ਕਿ ਜਿਹੜੇ ਖਤਰੇ ਹੈ ਚਲੋ ਉਹ ਛੱਡੋ। ਚੌਥਾ ਸਵਾਲ, ਕੀ ਇੰਟੈਂਦੇ ਕੰਬਿਆਰੇ ਕੋਰਸੀਆ non deve azionare indicatore di direzione se strada è libera। ਹੁਣ ਇਹ ਸਵਾਲ ਦੇਖੋ ਕਿੰਨੀਆਂ ਗਲਤੀਆਂ। ਜਿਹਦਾ ਇਰਾਦਾ ਹੈ ਬਦਲਣ ਦਾ ਕੁਰਸੀਆਂ ਕਿਉਂ ਬਦਲਦੇ ਹੁੰਦੇ ਆ?
ਜਾਂ ਤਾਂ ਅਸੀਂ ਓਵਰਟੇਕ ਕਰਨਾ ਹੈ ਜਾਂ ਓਵਰਟੇਕ ਕਰਕੇ ਵਾਪਸ ਆਉਣਾ ਹੈ, ਜਾਂ ਕੁਰਸੀ ਅਸੀਂ ਚੇਂਜ ਵੀ ਤਾਂ ਕਰਨਾ ਹੈ। ਕਈ ਵਾਰ ਜੇ ਖੱਬੇ ਮੁੜਨਾ ਤਾਂ ਖੱਬੇ ਪਾਸੇ ਵਾਲੀ ਕੁਰਸੀ 'ਚ ਆਉਣਾ ਪੈਂਦਾ, ਉਹ ਤਾਂ ਕਰ ਸਕਦੇ ਹਾਂ ਆਪਾਂ। ਪਰ ਨੋਨ ਦੇਵੇ ਅਸੀਓਨਾਰੇ ਇੰਡੀਕਾਤੋਰੇ ਦੇ ਰਸਿਓਨ ਇੰਡੀਕੇਟਰ ਨਹੀਂ ਦੇਣਾ, ਇਹ ਤਾਂ ਸਾਰੀ ਗਲਤੀ ਹੈ। ਇੰਡੀਕੇਟਰ ਤਾਂ ਦੇਣਾ ਹੀ ਪੈਂਦਾ, ਕੋਈ ਵੀ ਹਰਕਤ ਇੰਡੀਕੇਟਰ ਦੇਣਾ ਜ਼ਰੂਰੀ ਹੈ। ਉੱਦਾਂ ਵੀ ਜੇ ਲਾਸਟ ਵਿੱਚ ਆਵੇ ਜੇ ਇਸ ਤਰ੍ਹਾਂ ਦਾ ਖਾਲੀ ਹੈ ਤਾਂ ਆ ਨਾ ਕਰੋ, ਜੇ ਇਸ ਤਰ੍ਹਾਂ ਦਾ ਖਾਲੀ ਹੈ ਤਾਂ ਆ ਨਾ ਕਰੋ, ਇਹ ਸਾਰੇ ਸਵਾਲ ਗਲਤੀ ਹੈ। ਜੇ ਇਸ ਤਰ੍ਹਾਂ ਦਾ ਖਾਲੀ ਹੈ, ਸਾਰੇ ਸਵਾਲ ਗਲਤ ਹੈ ਨਾ। ਤਾਂ ਚੌਥਾ ਸਵਾਲ ਤਾਂ ਗਲਤ ਸਾਰਾ ਹੀ ਹੈਗਾ, ਫਾਲਸ। ਪੰਜਵਾਂ, ਨੈਲੇ ਆਰੀਏ ਦੀ ਸਰਵਿਸਿਓ ਯਾਨੀ ਕਿ ਆਟੋ ਗਰਿੱਲਾਂ, ਉਹ ਪ੍ਰਕੇਜੋ ਯਾਨੀ ਕਿ ਪਾਰਕਿੰਗ, ਨੈਲੇ ਆਟੋ ਸਟਰਾਦੇ ਉੱਪਰ ਜਿਹੜੀਆਂ ਹੁੰਦੀਆਂ ਸਪੈਸ਼ਲ, ਇਹ ਓਨੀ ਅਲਟਰਾ ਪਰਟੀਨੈਂਸਾ ਓਨੀ ਮਤਲਬ ਹਰ ਹੋਰ ਪਾਰਟ ਆਟੋ ਸਟਰਾਦੇ ਦਾ। ਆਟੋ ਸਟਰਾਦੇ ਕਿੰਨੇ ਪਾਰਟ ਹੈ? ਪਹਿਲਾਂ ਵੜਨ ਵੇਲੇ ਸਾਨੂੰ ਰੈਂਪ ਜੇ ਤੇ ਚੜ੍ਹਨਾ ਪੈਂਦਾ, ਕੋਰਸੀਆ ਦੇ ਅਚਲਸਿਓਨੇ, ਫਿਰ ਰੋਡ ਦੇ ਵਿੱਚ ਵੜ ਗਏ, ਫਿਰ ਬਾਹਰ ਨਿਕਲਣ ਵੇਲੇ ਵੀ ਆ, ਫਿਰ ਆਟੋ ਗਰਿੱਲਾਂ ਵੀ ਆ, ਬਹੁਤ ਪਾਰਟ ਹੁੰਦੇ ਆ ਉਹਦੇ ਉੱਪਰ, ਸਾਰੇ ਉੱਪਰ। ਇਹ ਪੋਸੀਬਲ ਹੈ ਸਵੋਲਜਰੇ ਕਰਨਾ ਅਤਿਵਿਤਾ कमर्शियल एक्टिविटी यानी कि दुकानदारी अलाउड पॉसिबल है, पर सोलो से autorizzate dall'ente proprietario della strada। ठीक है ना, कुछ भी कर लो पर सोलो से autorizzate, जे अथॉरिटी लैके तुसी दुकान भी कर सकते हैं, ते मतलब जो भी करना उन्होंने अंडर है, उन्होंने तो अथॉरिटी लैनी पऊगी, सोलो से autorizzate। उदा ही कंपेजो करनी, ਜਿਹੜੇ टूरिस्ट आते अपनी कारावान आतो कारावान लेंदे, वो भी आप कंपेजो भी कर सकते हैं सोलो से, वो भी सोलो से नाल ही है। सिर्फ जे वो अथोराइज करे, ਜਿਹੜੀਆਂ जगह स्पैशल हैगियां ते ਜਿਹੜਾ टाइम पीरियड है ਉਹਦੇ ਵਿੱਚ ਹੀ ਆਪਾਂ कर सकते हैं। दोनों सवाल इदां ही अलाउड तो है, पर जे वो सोलो से जे अथोराइज है तो सवाल ये ठीक है। पंजवां ते माड़ा जिहा अपना आवाज आने लगी, म्यूट कर देना। हाँ जी, 6वां सवाल, पतेंते दी कैटेगोरी BE। ਜਦੋਂ BE ਦੀ ਗੱਲ ਆ ਜਾਂਦੀ ਆਪਾਂ ਨੂੰ, ਇਹ ਮੈਂ ਫੋਟੋ ਪਹਿਲੇ ਕੱਢ ਲਈ ਸੀ ਤੇ ਇੱਕ, ਜੇ ਤੁਹਾਨੂੰ ਯਾਦ ਹੋਵੇ, B ਲਾਇਸੈਂਸ 'ਚ ਆਪਾਂ 3.5 ਟਨ ਤੱਕ ਚਲਾ ਸਕਦੇ ਹਾਂ, ਚਾਹੇ ਰਿਮੋਰਕੀ ਵੱਡੀ ਪਾ ਲਓ ਚਾਹੇ ਛੋਟੀ ਪਾ ਲਓ, 3.5 ਟਨ ਤੱਕ ਟੋਟਲ weight। B96 'ਚ ਟੋਟਲ weight ਸਾਨੂੰ ਥੋੜਾ ਜਿਹਾ ਵਧਾਤਾ ਉਹਨਾਂ ਨੇ, 4250 ਕਿਲੋ ਯਾਨੀ ਕਿ 4.25। ਇਹ 'ਚ ਟੋਟਲ weight ਹੀ ਦੇਖਣਾ, B96 'ਚ ਟੋਟਲ weight ਦੇਖੋ ਇਹ ਤੋਂ ਵੱਧ ਨਾ ਹੋਵੇ, ਇਹ 'ਚ 3.5 ਤੋਂ ਵੱਧ ਨਾ ਹੋਵੇ, 4.25 ਤੋਂ ਵੱਧ ਨਾ ਹੋਵੇ। BE 'ਚ ਥੋੜਾ ਜਿਹਾ ਦੇਖਣਾ ਪੈਂਦਾ, ਦੋਨੋਂ ਗੱਡੀਆਂ ਦੇਖਣੀ ਪੈਂਦੀਆਂ, यानी कि मोरली गड्डी ते पिछली गड्डी, पता ही है दोनों दो चेक करने पड़ेंगे, अगली भी 3.5 तो घट होवे, रिमोरकियो भी 3.5 तो घट होवे। हुण सवाल पढ़ते हैं BE च, इच वो नहीं लिखा उन्होंने जो आप गल करते पे, पर B तो बाद तुसीं अगले दिन भी चाहे BE कर सकते हैं, गवीदा करना पैना सिर्फ। सी पो कॉन्सेग्वीरे लै सकते हैं, कॉन्सेग्वीरे लै सकते हैं, अंके कॉन्टेस्टुअलमेंटे नेक्स्ट alla patente di categoria B तो बाद ले सकते हैं। sostenendo la prova di guida su specifico veicolo ma bisogna aver compiuto almeno 21 anni। ये सवाल की है, हाँ ये फालसो है। मैं वही कहना ना, 18वें साल च भी जो कोई B कर लेंदा है तो वो B 18वें साल च मतलब 2-3 महीने च हो गया, उस तो बाद नाल दी नाल अगले दिन ही जाके तुसीं B96 करना कर लो, ਉਹ ਤੁਹਾਨੂੰ ਉਹਦਾ ਗਵੀਦਾ ਕਰਨਾ ਪਊਗਾ ਉਸ ਗੱਡੀ ਦਾ। PE ਕਰ ਲਓ, ਉਹਦਾ ਕਰ ਲਓ। ਉਮਰ 21 ਸਾਲ ਦੀ, ਕੋਈ 21 ਸਾਲ ਦੀ ਉਮਰ ਦਾ ਕੀ ਰੋਲਾ? ਫਿਰ 21 ਸਾਲ ਦੀ ਉਮਰ 'ਚ ਰੋਲਾ ਹੈਗਾ ਆਪਣਾ ਤ੍ਰਿਚਿਕਲੀ ਹੁੰਦੇ, ਜਿਹੜੇ ਤ੍ਰਿਚਿਕਲੀ ਜੇ ਤੁਸੀਂ 15 ਕਿਲੋਵਾਟ ਤੋਂ ਉੱਪਰ ਚਲਾਣੇ ਆ ਨਾ, ਯਾਨੀ ਕਿ ਵੱਡੇ ਤ੍ਰਿਚਿਕਲੀ ਚਲਾਣੇ ਆ, ਫਿਰ 21 ਸਾਲ ਉਮਰ ਚਾਹੀਦੀ ਹੈ ਹਮੇਸ਼ਾ ਹੀ। ਉਹ ਤਾਂ ਵੈਸੇ ਹੀ ਕਾਨੂੰਨ ਹੈਗਾ, ਤ੍ਰਿਚਿਕਲੀ ਚਲਾਣੇ ਤਾਂ ਭਾਈ 21 ਸਾਲ ਉਮਰ ਚਾਹੀਦੀ ਆ ਜੇ ਵੱਡੇ ਚਲਾਣੇ ਤਾਂ ਇਹ 'ਚ ਕੋਈ ਨਹੀਂ ਹੈ BE 'ਚ। ਬਾਕੀ ਜੇ ਗੱਡੀਆਂ 'ਚ ਤਾਂ ਦੋਨੋਂ ਗੱਡੀਆਂ ਚੈੱਕ ਕਰਨੀ ਪਊਗੀਆਂ। तो अल मैनू 21 साल करके गलत हो गया, यही गलत होया, बाकी होर सवाल कोई गलत नहीं उन्होंने। अच्छा हुण आ गया जी रिस्पोंसाबिलिटा पेनाले, पैनल रिस्पोंसिबिलिटी, केस की जिम्मेवारी। इनू जो पैनल की गल आती आप केस मान लें। ये 3 पैदा होने के सोर्स, जो पहले सवाल पढ़ दें। पेनाले कोनेसा सिनिस्त्रो सताले, जी संबंधित है कनैक्टेड है रोड ते एक्सीडेंट दे, सिनिस्त्रो रोड ते एक्सीडेंट दे केस है जोड़ा। सोरजे कदों पैदा होंदा है, कदों केस च जाने आप। अलोरा के वेंगोनो वियोलाते नॉर्मे कंतप्लाते दल कोदिशे पेनाले, ये सवाल वेरो है। तो ये आप पेनाले की जो गल करते हैं तो 3 ही सोरजे होंगे, 3 च ही आप एक्सक्लूसिव हो जाने, बाहर हो जाने। मतलब 3 मामलों आप केस हो सकता है, जे 3 मामले या केस चो बाहर भी हो सकते हैं। तो ये भी मैं फोटो कड्डी सी, पेनाले की गल चलती है, इच है पेनाले की, मतलब केस हो गया। तो केस होने के 3 कारण है, सोरजे
ਲੈਸਿਓਨੀ ਗ੍ਰਾਵੀ ਜ਼ਿਆਦਾ ਸੱਟਾਂ, ਓਮੀਚੀਡੀਓ ਕਲਪੋਜ਼ੋ यानी कि मर्डर, जो भी वर्ड आ जाए ओमिचिdio कलपोजो सवाल बेर ही है, या वियोलातो उल्लंघना करती तोड़ते कोदिशे पेनाले, जो भी क्रिमिनल धारावां कानून बनया होया उन्होंने तोड़ दिन्ने आपां ते फिर तुहाडे ते केस होगा, चाहे तुसीं लड़ाई करते हैं तो ये कोदिशे पेनाले। इत्थे सवाल आंदा कोदिशे स्त्रादाले, रोड के कानून, रोड का कानून तोड़ तो सानूं जुर्माना हो जाऊगा, तो वो जुर्माना भरो तो खत्म हो जाए शायद, पर कोदिशे पेनाले तोड़ते तो फिर तो भी केस थानू जज कोल जाना ही पऊगा। तो तीन तो सोरजे होंदे, तीन बाहर निकलते भी है भी, तीन चीज़ां होगी तो तुसीं केस चों बाहर भी आ सकते हैं। जो नॉन सिया कंसीडरातोरिया तो क्राइम नहीं है, पता लगे भी टायर ही फटिया सीगा, गलती दी नहीं सी, तां भी फोर्सा मजोरे जिन्होंने कुदरती कहर कह दिंदे आपां, बाई चांस उदण उही टायर फटिया ला लो, चाहे उदण भूकंप आ गया सी उस करके गड्डी कंट्रोल तो बाहर हो गई, या सोले कोजे सिर्फ समान नूं नुकसान होवे, फिर तुसीं एक्सक्लूसिव भी हो जन्ने केस चों, तीन ही बाहर जाण दे, तीनों विच निकलदे। तुहानूं याद ही होगा तां सोरजे जो तुसीं वियोलाते करते कोदिशे पेनाले, संविधान जिहड़ा कानून है जिन्होंने तोड़ते हैं, संविधान जिन्होंने कहने, तां 7वां वेरो है। 8वां il segnale raffigurato preannuncia करता है कि veicoli provenienti dall'altro senso, veicoli आ रही हैं from opposite side devono darci la precedenza, जरूरी है देणगियां पहल। ये साइन कहता कि सामने वालियां पहल दोगियां, सवाल फालसो है। ये तो सिर्फ पेरिकोलो का साइन है, सिर्फ खतरे बारे दसदा है कि अगे तंग रोड है, सिमेट्रिक है, दोनों पासों हो रहा तंग रोड, औखा हो जाऊगा क्रॉस करना, तो हौली हो जाओ। हाँ वो साइन लग सकते हैं पहल वाले, एक पासे वो दरीतो की प्रेसिडेंस जो सेंसो निकोल तरनतो वाले दो साइन होंगे, एक पासे एक लगूगा दूसरे पासे दूसरे, वो लग सकते। ये साइन कुछ नहीं पहल बारे कह रहा, ये तो सिर्फ दस रहा है हौली हो जाओ अगे खतरा है। तो जो भी पहल की गल आ गई, नहीं पहल लग सकती है, वो अलग गल है। 8वां सवाल देवनो दारे गलत। 9वां il segnale raffigurato consente di circolare a velocità superiore a 50 km/h, अलाउड है जाना 50 तो उपर, बिल्कुल 50 की जी स्पीड की मनाही, 50 तो उपर जाने की मनाही पिछे लगी सी, पिछे लगी सी मतलब प्रेचेडेंटे मेंटे इंपोस्तो, पिछे लगी हुई सी जी, हुण फीने होगी, फीने जरूरी है आना बड़ा, फीने होगी 50 की लगी सी, 50 की मनाही खत्म हो गई है, हुण उपर भी जा सकते थले भी जा सकते हैं। उपर कितना जा सकते 50 तो उपर जा सकते, पर जी एंथरोई लिमिट जो वर्ड आता है लिमिट के अंदर, उस रोड की जी लिमिट है, जो आटो स्त्रादे ते बोर्ड लग्या तो यह मतलब 130 तो उपर नहीं जाना, वो अंदर अंदर ही रहना, 50 तो उपर चाहे जाओ। तो एंथरोई लिमिट नाल सवाल भी आता है, वो भी ठीक है। तो अलाउड है जाना 50 तो उपर, बिल्कुल थले भी रहो उपर भी जाओ, ठीक है। ये फीने दल दिव्य तो हो गया स्पीड वाली मैक्सिमम का, मैक्सिमम स्पीड खत्म हुई है, भी ध्यान रखना। तो 9वां वेरो है। 10वां ले स्त्रीशे दी गविदा इन फिगूरा, आ जड़े पता ही है स्त्रीशे दी गविदा जेड़े गोल कूरवे वाले सेंटर विच, उदा आम तो ही नहीं मिलते रोडा उपर कित्थे बने होंदे ये, पर उदा जे बने या चाहे नहीं बने, तुसीं इस हिसाब नाल ये मन के चलना कि इदां मुड़ना असीं, ये ना होवे इत्थों ही गड्डी मोड़ दो, ये ना होवे ज़्यादा अगे चल जाओ फिर मोड़ो। तो ये मोड़न वास्ते हुंदी सिर्फ खब्बे पासे, सज्जे पासे तो अपन नाल दी नाल मोड़ दिंदे, सीधा जाना दस चल जाओ कोई चक्कर नहीं। ये सिर्फ खब्बे पासे मुड़न का सौखा करदा, जिन्हों कहते करैक्ट तरीके नाल खब्बे पासे मुड़ना तां बनाए जांदे। सवाल की है जी, ले स्त्रीशे दी गविदा इन फिगूरा देबोनो एसरे लाशाते, जरूरी है छड्डने, देबोनो एसरे लाशाते जरूरी छड्डने, आला सनिस्त्रा del vicolo, गड्डी दे खब्बे पासे, quando si svolta a sinistra, जदों खब्बे मुड़ना है तां खब्बे छड्डने हैं। दसो वेरो, ये वेरो है, बिल्कुल खब्बे ही छड्डी दे, बस ये खब्बे पासे ही रहिंदे आ, ये बस इन्ना याद रखना, खब्बे पासे छड्डने बस, ठीक है। तो जिहड़ा सेंटर है वो कित्थे छड्डना है, वो सज्जे पासे छड्डना है। हुण इस फोटो जी मैं दस दिना, मान लो आ गड्डी इत्थे जिथे मेरा कर्सर जिहा हैगा, जदों भी मैं मुड़ना इत्थों नहीं मुड़ जाना, जे इत्थों मुड़ गया तो गड्डी दे सज्जे पासे रह गई, नहीं सज्जे पासे नहीं छड्डने, खब्बे पासे। तो इत्थों आके इत्थों आओ, जे सामने गड्डी है तो रुक जाओ, इत्थे रुक जाना आके, इदां मुड़ना इदां। तो ये कर्सर के खब्बे पासे तो है स्त्रीशे की गविदा, जिहड़ा सेंटर इत्थे होगा वो सज्जे पासे होगा, तो इदां टपना है, सेंटर नूं सज्जे पासे,
ਸਤਰੀਸ਼ੇ ਦੀ ਗਵੀ ਦਾ ਖੱਬੇ ਪਾਸੇ। ਗੱਡੀ ਤੁਹਾਡੀ ਜੇ ਰੋਕਣੀ ਪੈ ਗਈ ਬਾਈ ਚਾਂਸ ਸਾਹਮਣੇ ਵੱਲ ਨੂੰ ਪਹਿਲ ਦੇਣ ਵਾਸਤੇ ਤਾਂ ਇੱਥੇ ਰੋਕਣੀ ਜਿੱਥੇ ਮੇਰਾ ਕਰਸਰ ਹੈਗਾ, ਬਾਅਦ ਚ ਏਦਾਂ ਨਾ ਇਹ ਸਹੀ ਤਰੀਕੇ ਮੁੜਨ ਵਾਸਤੇ। ਤਾਂ ਖੱਬੇ ਪਾਸੇ ਛੱਡੀ ਦੇ ਤਾਂ ਬਿਲਕੁਲ ਗੱਲ ਠੀਕ ਹੈ। ਸੱਜੇ ਪਾਸੇ ਮੁੜਨਾ ਫਿਰ ਵੀ ਖੱਬੇ ਪਾਸੇ ਰਹਿਣਾ ਹੈ, ਤਾਂ ਇਹ ਖੱਬੇ ਪਾਸੇ ਹੀ ਛੱਡੇ ਜਾਂਦੇ ਆ। ਤਾਂ ਇਹ ਸਵਾਲ ਆਪਣਾ 10ਵਾਂ ਠੀਕ ਹੈ। 11ਵਾਂ ਸਵਾਲ, Il pannello integrativo raffigurato indica ਕਰਦਾ un tratto di strada in salita, ਸਟਰਾਦੇ ਦਾ ਟੁਕੜਾ ਇਨ ਸਲੀਤਾ ਯਾਨੀ ਕਿ ਚੜਾਈ ਤੇ। con probabile ਸੰਭਾਵਨਾ ਹੈ presenza di autocarri, ਮੌਜੂਦਗੀ ਟਰੱਕਾਂ ਦੀ, ਕਿ marciano a bassa velocità, ਹੌਲੀ ਸਪੀਡ ਤੇ। ਇਹ ਸਵਾਲ ਵੇਰੋ ਹੀ ਹੈ। ਇੱਕ ਦੱਸ ਰਿਹਾ ਕਿ ਅੱਗੇ ਸ਼ਾਇਦ ਹੌਲੀ ਗੱਡੀਆਂ ਹੋਣ, ਜਿੱਦਾਂ ਇਹ ਪਹਾੜ ਦੇ ਉੱਪਰ ਜ਼ਿਆਦਾਤਰ ਲੱਗਿਆ ਹੋਊਗਾ, ਪਹਾੜੀ ਰਸਤੇ ਜਿਹੜੇ ਹੁੰਦੇ ਆ, ਕਿ ਅੱਗੇ ਸ਼ਾਇਦ ਟਰੱਕ ਹੌਲੀ ਹੋ ਜਾਂਦੇ ਆ, ਵੱਜ ਨਹੀਂ ਹੁੰਦੇ ਟਰੱਕ, ਤਾਂ ਹੌਲੀ ਹੋ ਸਕਦਾ ਕਿਤੇ ਪਿੱਛੋਂ ਜਾ ਕੇ ਅਸੀਂ ਵੱਜ ਨਾ ਜਾਈਏ, ਤਾਂ ਹੌਲੀ ਕਰ ਲਓ ਆਪਣੀ ਸਪੀਡ। ਤਾਂ ਇਹ ਕਹਿੰਦਾ ਚੜਾਈ ਆ ਜਿੱਥੇ ਸੰਭਾਵਨਾ ਅੱਗੇ ਟਰੱਕ ਹੋਣ, ਹੌਲੀ ਸਪੀਡ 'ਚ ਹੋ ਸਕਦਾ ਕਿ ਪਿੱਛੋਂ ਨਾ ਵੱਜੀਏ। ਬਸ ਇੰਨੀ ਓਵਰਟੇਕ ਕਰਨਾ ਕਰ ਲਓ, ਕੋਈ ਗੱਲ ਨਹੀਂ, ਪਰ ਜਾਣਾ ਧਿਆਨ ਦੇ ਨਾਲ ਹੈ, ਇੰਨੀ ਕੋਈ ਗੱਲ ਹੈ ਬਸ। ਤਾਂ ਸਵਾਲ ਠੀਕ ਹੈ। 12ਵਾਂ ਸਵਾਲ, il carico ਸਮਾਨ deve essere segnalato, ਸ਼ੋ ਕਰਨਾ ਪੈਂਦਾ ਹੈ, di giorno ਦਿਨੇ, con un panno rosso, ਲਾਲ ਕੱਪੜਾ, se sporge ਜਿਹੜਾ ਬਾਹਰ ਨਿਕਲ ਗਿਆ dalla parte posteriore, ਪਿਛਲੇ ਪਾਸੇ। ਇਹ ਸਵਾਲ ਫਾਲਸੋ। ਤਾਂ ਉਦਾਂ ਪਿਛਲੇ ਪਾਸੇ ਸਮਾਨ ਜੇ ਨਿਕਲ ਗਿਆ ਉਹਨੂੰ ਸੈਨਲਾਤੋ ਦਾ ਕਰਨਾ ਪਊਗਾ, ਕਿਹਦੇ ਨਾਲ? ਪਨੈਲੋ ਹੈ ਜਿਹੜਾ ਬਿਆੰਕੋ ਤੇ ਰੋਸੋ ਧਾਰੀਆਂ ਵਾਲਾ, ਉਹਦੇ ਨਾਲ ਸ਼ੋਅ ਕਰਨਾ ਪਊਗਾ। ਚਾਹੇ ਮਾੜਾ ਜਿਹਾ ਵੀ ਨਿਕਲ ਗਿਆ ਤਾਂ ਉਹ ਤੁਹਾਨੂੰ ਬੋਰਡ ਲਾਣਾ ਪੈ ਜਾਣਾ ਪਿਛਲੇ ਪਾਸੇ ਨਿਕਲ ਸਕਦਾ, ਮੋਹਰੇ ਨਿਕਲ ਨਹੀਂ ਸਕਦਾ। ਸਾਈਡਾਂ ਤੇ ਕਿੰਨਾ ਨਿਕਲ ਸਕਦਾ ਹੈ? 30 ਸੈਂਟੀਮੀਟਰ ਹੀ ਵਰਡ ਯਾਦ ਰੱਖਣਾ, ਸਾਈਡਾਂ ਤੇ 30 ਸੈਂਟੀਮੀਟਰ। ਕੋਈ ਵੀ ਗੱਡੀ ਜਾਂ ਟਰੱਕ ਹੈ ਉਹਦੇ 30 ਸੈਂਟੀਮੀਟਰ ਸਾਈਡਾਂ ਤੇ, ਪਿਛਲੇ ਪਾਸੇ ਕਿੰਨਾ? ਫੀਨੋ 3 ਤੱਕ ਹੀ ਨਿਕਲ ਸਕਦਾ, ਪਤਾ ਨਾ ਇਸ ਗੱਲ ਦਾ ਸਾਰਾ। ਤੇ ਜਿਹੜਾ ਮਾੜਾ ਜਿਹਾ ਵੀ ਨਿਕਲ ਗਿਆ ਤਾਂ ਫਿਰ ਬੋਰਡ ਤਾਂ ਲਾਣਾ ਹੀ ਪੈਣਾ, ਫੀਨੋ 3 ਤੱਕ, ਉਸ ਤੋਂ ਜ਼ਿਆਦਾ ਫਿਰ ਜੁਰਮਾਨਾ। ਤਾਂ ਪਾਨੋ ਰੋਸੋ ਨਹੀਂ, ਪਨੈਲੋ ਜਿਹੜਾ। ਬਾਕੀ ਉਹ ਕਹਿੰਦੇ ਕਿ ਬੰਦੀਏਰਾ ਝੰਡਾ ਲਾ ਦਿਓ ਪਿੱਛੇ 50x50 ਦਾ, ਉਹ ਵੀ ਗਲਤ ਹੈਗਾ। ਫੀਨੋ 3 ਇਹ ਯਾਦ ਰੱਖਣਾ, ਫੀਨੋ 3/10 ਕਿਹਦਾ? ਲੰਬਾਈ ਦਾ ਉਹਦਾ। ਬਾਕੀ ਮੇਨ ਇੰਨੀ ਗੱਲ ਯਾਦ ਰੱਖੋ। ਤਾਂ 12ਵਾਂ ਸਵਾਲ ਪਾਨੋ ਰੋਸੋ ਕਰਕੇ ਗਲਤ ਹੋ ਗਿਆ। 13ਵਾਂ, la sosta è vietata nelle curve, ma पर सोचता है मना कूरवे ते, पता ही होता सोचता, फिर माता बैक यू टर्न सब मना उथे दा। ma fuori di centri abitati e sulle strade urbane di scorrimento non è vietata in loro prossimità। ਇਹ ਸਵਾਲ ਹੈਗਾ ਫਾਲਸੋ। ਉਹਦਾ ਇੱਕ ਤਾਂ ਆਪਾਂ ਯਾਦ ਕਰਦੇ ਹੁੰਦੇ ਸੀ ਸੋਚਤਾ ਹੈ ਵਿਅਤਾਤਾ, ਇਹ ਸਾਰੇ ਵੇਰੋ ਹੀ ਹੈ, ਮਾੜਾ ਜਿਹਾ ਪੜ੍ਹ ਜ਼ਰੂਰ ਲੈਣਾ ਸਵਾਲ ਨੂੰ, ਚਲੋ ਉਹਦਾ ਤਾਂ ਵੇਰੋ ਹੀ ਹੈ ਨਾ ਜ਼ਿਆਦਾ। ਤੇ ਜੇ ਸੋਚਤਾ ਹੈ ਕੌਨਸੈਂਟੀਤੇ ਦਾ ਕਹਿ ਦਿੰਦਾ, ਉਹ ਦੋ ਸਵਾਲ ਸੈਂਸੋਨੀ ਕੁਝ ਹੈਗੇ ਆ ਵੀ ਸੈਂਸੋਨੀ ਕੁਝ ਅਸੀਂ ਦੋਨੋਂ ਪਾਸੇ ਕਰ ਸਕਦੇ ਹਾਂ, ਉੱਥੇ ਸੋਚਤਾ ਕੌਨਸੈਂਟੀਤਾ ਵਾਲੇ ਵੇਰੋ ਹੈ, ਬਾਕੀ ਸੋਚਤਾ ਕੌਨਸੈਂਟੀਤਾ ਵਾਲੇ ਫਾਲਸੋ ਹੈ, ਸੋਚਤਾ ਵਿਅਤਾਤਾ ਵਾਲੇ ਵੇਰੋ ਹੈ। ਚੈੱਕ ਕਰ ਦਿੰਦੇ, ਮਾਂ ਤਾਂ ਨਹੀਂ ਆਉਂਦਾ ਵਿੱਚ, ਜੇ ਮਾਂ ਆ ਜਾਵੇ ਤਾਂ ਫਿਰ ਆਪਾਂ ਗਲਤ ਕਰ ਦਿੰਦੇ। ਤੇ ਇਹ ਯਾਦ ਰੱਖੋ ਤਾਂ ਵੀ ਠੀਕ ਹੈ, ਨਹੀਂ ਤਾਂ ਇੱਕ ਦੋ ਵਰਡ ਆਉਂਦੇ ਆ, ਇੱਕ ਤਾਂ ਹੁੰਦਾ ਆਪਣਾ ਕੋਰਿਸਪੋਂਡੈਂਸਾ, ਇੱਕ ਹੁੰਦਾ ਪ੍ਰੋਸੀਮਿਤਾ। ਇੱਕ ਤਾਂ ਚੀਜ਼ ਹੁੰਦੀ ਬਿਲਕੁਲ ਕੂਰਵੇ ਦੇ ਉੱਪਰ, ਇੱਕ ਹੁੰਦੀ ਕੂਰਵੇ ਦੇ ਨੇੜੇ, ਚੌਂਕ ਦੇ ਉੱਪਰ ਚੌਂਕ ਦੇ ਨੇੜੇ, ਹੈ ਨਾ, 200 ਦੇ ਉੱਪਰ 200 ਦੇ ਨੇੜੇ। ਜਦੋਂ ਵੀ ਕਹਦੇ ਦੋਨਾਂ ਤੇ ਹੀ ਮਨਾ ਹੈ। ਸੋਚਤਾ ਜੇ 200 ਦੇ ਉੱਪਰ ਮਨਾ ਹੈ, ਕੋਰਿਸਪੋਂਡੈਂਸਾ ਮਨਾ ਹੈ, ਤਾਂ ਉਹਦੇ ਪ੍ਰੋਸੀਮਿਤਾ ਵੀ ਮਨਾ ਹੋਊਗਾ, ਵਿਚਿਨਾਂਸਾ ਵੀ ਮਨਾ ਹੋਊਗਾ। ਇਹ ਤਾਂ ਪਤਾ ਹੀ ਹੈ, ਇਹ ਨਹੀਂ ਆਪਾਂ ਕਹਾਂਗੇ ਉੱਪਰ ਮਨਾ ਨੇੜੇ ਨਹੀਂ ਮਨਾ। ਤਾਂ ਜਦੋਂ ਵੀ ਬਹੁਤ ਸਵਾਲ ਏਦਾਂ ਵੀ ਗਲਤ ਹੈਗੇ, ਸੋਚਤਾ ਮਨਾ ਹੈ ਕੂਰਵੇ ਤੇ ਪਰ ਨਹੀਂ ਹੈ ਉਹਦੇ ਨੇੜੇ, ਨੇੜੇ ਨਹੀਂ ਮਨਾ, ਨਹੀਂ ਨੇੜੇ ਵੀ ਮਨਾ ਹੈ। ਤਾਂ ਉੱਦਾਂ ਕਹਿੰਦੇ ਹੁੰਦੇ ਵੀ ਕੋਰਿਸਪੋਂਡੈਂਸ ਲਾਇਸੈਂਸ ਦੇ ਮਾਮਲੇ 'ਚ ਕੋਰਿਸਪੋਂਡੈਂਸਾ ਨੂੰ ਬਿਲਕੁਲ ਉੱਪਰ ਕਹਿੰਦੇ ਆ, ਪ੍ਰੋਸੀਮਿਤਾ ਨੂੰ ਨੇੜੇ ਕਹਿੰਦੇ ਆ, ਪਰ ਇਹਨੂੰ ਇੱਕੋ ਮੰਨ ਕੇ ਚੱਲੋ, ਕਿਉਂਕਿ ਦੋਨਾਂ ਦਾ ਮਤਲਬ ਜਿਹੜੀ ਚੀਜ਼ ਨੇੜੇ ਮਨਾ ਉੱਪਰ ਵੀ ਮਨਾ, ਤਾਂ ਦੋਨਾਂ ਦਾ ਮਤਲਬ ਇੱਕੋ ਵੀ ਮੰਨ ਕੇ ਚੱਲ ਸਕਦੇ ਆ। ਇੱਕ ਤਾਂ ਉੱਥੇ ਨਹੀਂ ਮਨਾ, ਤਾਂ ਸਵਾਲ ਗਲਤ ਹੈ ਮਾਂ ਕਰਕੇ, ਠੀਕ ਹੈ ਜੀ। Le donne in stato di gravidanza con particolari condizioni di rischio certificate non sono obbligate a agganciare la cintura di sicurezza। ਇਹ ਬਿਲਕੁਲ ਸਹੀ ਹੈ ਨਾ, non sono obbligate, 3 ਜਣੇ ਆ, non sono obbligate a agganciare, ਬੈਲਟਾ ਲਾਣਾ ਨੂੰ 3 ਜਣਾ ਮਾਫ ਹੈ। ਇੱਕ ਦੋਨੇ in stato di gravidanza, ਇੱਕ ਹੋਰ ਹੈ malattie certificate, ਉਹ 'ਚ ਵੀ ਸਰਟੀਫਿਕੇਟ ਦੀ ਗੱਲ ਹੈ ਜੇ ਕਿਸੇ ਨੂੰ ਖਾਸ ਬਿਮਾਰੀ ਹੈ।
तीसरा हैगा एक इस्तरू-तोरी दी विधा, गड्डी चलाने वाले जदों काम सिखा रहे 3 जने हैं बस। बाकी वो कह दे पोस्तीनो, डाकिया, परसोने अंसियानी, बजुर्ग आदमी, फोलिया रोजा, जिद्दां आपां फोलिया रोजा हुण थ्योरी तो बाद मिलना है, वो सब नूं जरूरी है। सिर्फ 3 जने जिहड़े आपां बोले इन्हां नूं माफी है जब तक उन्हां कोल सर्टिफिकेट हैगा। 14वां सवाल वेरो है। 15वां स्कोररे उन फरीतो della strada, हेल्प करना एक जख्मी रोड ते दी è obbligatorio, जरूरी है। सोलो per medici e personale sanitario, सवाल इत्थे तक तो ठीक सीगा पर आके सोलो ने काम खराब करता। जरूरी तो हैगा है ना, ओबलीगो दाला लेजे है, कानूनन हैगा, फर्ज भी साडा हैगा, पर सिर्फ डॉक्टरां वास्ते नहीं, हर बंदे वास्ते जरूरी है। अच्छा जे असी फुजे भज जन्ने हैं, जे असी हैल्प नहीं करते, भज गए एक्सीडेंट करके फुजे हो गए, फिर की हो सकता सानू, साडे लाइसेंस नू की कर सकते हैं, सस्पेंड, हाँ सोस्पेंसियोने दल्ला पतेंते हो सकता है। यही पढ़ा ना FUGGE, फुजे भजने तो सस्पेंड भी हो सकता है। वो सवाल अपना उधर हैगा, बाकी जरूरी तो है ही है तो ठीक है। तो बाकी ये चल मैनू गल याद आ गई, जिद्दां अजकल वो वीडियो वायरल जा आंदा पिया कि पिछली सीटां वालियां नू भी बेल्टां लाणियां जरूरी है। तो देखो जी जुर्माना हो गया है ना, हुण सारे तो पिछे लाई नहीं होंदियां, पर जे तुहानूं लगदा तां भी पा लो, ठीक है ना, क्योंकि कानूनन तो ओबलीगो है पिछली सीटां वालियां नूं भी, पर जब तक चली जांदा तां जब तक चली जांदा, ते जे हो भी जांदा तां आपां उन्होंने कह नहीं सकते, ठीक है जी। तो इस चीज़ का वैसे ख्याल रखियो, बाकी घबराने की भी लोड़ नहीं, कोई एडी गल नहीं, ठीक है जी। तो 16 ना गलत हो गया। 16वां सवाल quando una donna in stato di gravidanza attraversa la carreggiata non bisogna avvicinarsi troppo, non bisogna avvicinarsi troppo con il veicolo। हुण काम तो सारा यही है, नेड़े ना ज़्यादा जाओ, ये पूरे लाइसेंस च आपां वेरो ही मनना है, ज़्यादा नेड़े ना जाओ कभी भी, क्योंकि डिस्टेंस बना के रखो। ये सवाल पूरा वेरो है, नॉन विजोनिया विचिनार्सी ट्रोपो, माड़ा चाहे बदल के आजू वर्ड हैगा, गल यही है। जो भी एक प्रैगनेंट लेडी क्रॉस कर रही है तो नेड़े ना जाओ, बचाने वास्ते स्पावेंतारला, डर तो बचाने वास्ते। बजुर्ग आदमी ज़्यादा नेड़े ना जाओ, जिन्होंने दिखता नहीं, चेको ते सोर दो जिन्होंने सुनता नहीं, उन्होंने भी ज़्यादा नेड़े ना जाओ, डराना नहीं, होर नहीं मारना, की है उन्होंने पहल देनी, सारे प्रैची देवे दारेला प्रैची दंसा पहल देनी है, ठीक है जी। तो सवाल वेरो कितों होया, नॉन अविचिनार्सी ट्रोपो, ये सारे वेरो है। 17वां सवाल il segnale raffigurato pronuncia करता है presenza del segnale croce di Sant'Andrea। ये क्रोचे दी संतअंद्रिया नहीं, ये तो प्रेसिडेंसा का साइन है, पहल का साइन है, वो भी केड़ा प्रेसिडेंसा आ destra। हाँ ये जो मिल गया तो इस तो बाद जो चौंक आऊगा उत्थे सज्जे पासे नूं पहल देनी है, मतलब जो सज्जे पासों आ रहा है वो पहला जाऊगा, असी बाद च जावांगे। जे ये भी नहीं लग्या, कोई बोर्ड नहीं लग्या, तो उसका मतलब भी सज्जे पासे नूं पहल देना हुंदा, कोई बोर्ड ना हो। हाँ दारे प्रेसिडेंसा लग्या फिर दोनों पासे नूं पहल देनी पैंदी है, स्टॉप लग्या तो दोनों पासे नूं पहल देनी है। पहल का हक जिहड़े हुंदे दरीतो दी प्रेसिडेंसा वाले वो तो बोर्ड होर हुंदे, पीले रंग का एक हुंदा ते बाकी होर हुंदे, इह पहल देनी है तो ध्यान नाल, क्योंकि अगे चौंक आ रहा, ठीक है। 17वां सवाल क्रोचे दी संतअंद्रिया वो पसाजो लिवल च मिलता है, तो ये गलत हो गया। 18वां सवाल il pannello raffigurato indica करता है una zona a circolazione rotatoria। हाँ रोतातोरिया नहीं, एक ही है कूर्वा, तुरनांते कह लो, कूर्वा कह लो, गल इको ही है। मोड़ है अगे, इसका मतलब की है प्रीमो, पहला मोड़ है, पहला मोड़ आ गया। जे पिछे 4 मोड़ लिखा तो पहले मोड़ ते यह लग्या होना, फिर दूसरे ते फिर 2 लिख के ऊपर बिंदी ला दोगे। इनू जिन्हों कहते हैं कूर्वा नहीं, नूमरो प्रोग्रेसिवो, बढ़ता हुआ नंबर, पहला दूसरा तीसरा, नूमरो प्रोग्रेसिवो बढ़ता हुआ नंबर। ये सवाल च आऊगा, कूरवे के बिल्कुल उपर लग्या है, ध्यान ना जाओ, सज्जे पासे रहो, कूरवे के उपर जी गल्लां होंदियां तो पता ही है। तो रोतातोरिया नहीं, सवाल गलत। 19वां lo spazio totale di arresto aumenta se diminuisce la velocità। ये सवाल गलत है। जे स्पीड घटाने हैं तो जी स्पासियो तोताली की अरेस्ट होंगी है, टोटल अरेस्ट होने वाली स्पीड स्पेस, यानी कि जो असी टोटल होंगी की अदा, वैसे आप जो ये डिस्टेंसा की सिगरेसा च आप पढ़िया है, पहले तो आप खतरा देखते हैं,
ਦੇਖਣ ਤੋਂ ਬਾਅਦ ਸਾਨੂੰ 1 ਸਕਿੰਟ ਲੱਗ ਹੀ ਜਾਂਦਾ ਕਿ ਬ੍ਰੇਕ ਦੱਬੀਏ। ਸਿਰਫ ਦੇਖਣ ਤੋਂ ਲੈ ਕੇ ਬ੍ਰੇਕ ਦੱਬਣ ਤੱਕ ਹੁੰਦਾ ਟੈਂਪੋ ਦੀ ਰਿਐਕਸੀਓਨੇ, ਇਹ ਇੱਕ ਪਾਰਟ ਹੈ। ਫਿਰ ਬ੍ਰੇਕ ਦੱਬਣ ਤੋਂ ਲੈ ਕੇ ਗੱਡੀ ਰੁਕਣ ਤੱਕ ਹੁੰਦੀ ਹੈ ਸਪਾਸੀਓ ਦੀ ਫਰੇਨਾਤੂਰਾ, ਉਹ ਦੂਸਰਾ ਪਾਰਟ ਹੈ। ਇਹਨਾਂ ਦੋਨਾਂ ਨੂੰ ਜੋੜਦੀ ਹੈ ਜਦੋਂ, ਯਾਨੀ ਕਿ ਪਰਚੈਸੀਓਨੇ ਤੋਂ ਲੈ ਕੇ ਪਰਸੈਪਸ਼ਨ, ਦੇਖਣ ਤੋਂ ਲੈ ਕੇ ਅਰੈਸਟੋ ਤੱਕ ਟੋਟਲ ਹੁੰਦੀ ਹੈ, ਦੋਨਾਂ ਦਾ ਜੋੜ ਹੁੰਦੀ ਟੋਟਲ। ਤਾਂ ਇਹ ਵੱਧਦੀ ਹੈ, ਜੇ ਸਪੀਡ ਵਧਾਵਾਂਗੇ ਤਾਂ ਵਧੂਗੀ, ਸੜਕ ਖਰਾਬ ਹੈ ਤਾਂ ਵਧੂਗੀ, ਤੇ ਟਾਇਰ ਬਾਕੀ ਜਿਹੜੇ ਹੋਰ ਗੱਲਾਂ ਉਹਨਾਂ ਨਾਲ ਵੱਧਦੀ ਹੈ। ਪਕੜ ਘੱਟ ਹੋਵੇ ਤਾਂ ਵੀ ਇਹ ਵੱਧ ਜਾਂਦੀ ਹੈ। ਤਾਂ 19ਵਾਂ ਸਵਾਲ ਗਲਤ ਹੈਗਾ। 20ਵਾਂ ਸਵਾਲ, ਸੇ ਸੀ ਵਿene sorpassati, ਤੁਹਾਨੂੰ ਓਵਰਟੇਕ ਕੀਤਾ ਜਾ ਰਿਹਾ ਹੈ, ਮਤਲਬ ਸਾਨੂੰ ਕੋਈ ਓਵਰਟੇਕ ਕਰ ਲਵੇ, ਅਸੀਂ ਆਪਣੀ ਸਪੀਡ ਤੇ ਜਾ ਰਹੇ ਹਾਂ, ਓਵਰਟੇਕ ਕਰ ਲਵੇ, ਉਹਦੀ ਜ਼ਿੰਮੇਵਾਰੀ ਹੈ। ਸਾਡੀ ਕਿੰਨੀ ਕੁ ਜ਼ਿੰਮੇਵਾਰੀ ਹੈ ਕਿ ਅਸੀਂ ਆਰਾਮ ਨਾਲ ਜਾਣਾ ਹੈ। ਹਾਂ, ਜੇ ਸਾਹਮਣੇ ਕੋਈ ਆਂਦਾ ਤਾਂ ਅਸੀਂ ਥੋੜਾ ਜਿਹਾ ਸੱਜੇ ਪਾਸੇ ਵੀ ਹੋ ਜਾਈਏ, ਥੋੜਾ ਜਿਹਾ ਹੌਲੀ ਵੀ ਕਰ ਲਈਏ, ਬਸ ਇੰਨੀ ਗੱਲ ਹੈ। ਪਰ ਜੇ ਅਸੀਂ ਇਹ ਕੰਮ ਨਹੀਂ ਕਰਦੇ ਹਾਂ ਤਾਂ ਫਿਰ ਸਾਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ। ਸੇ ਸੀ ਵਿene sorpassati e di viene un incidente, ਐਕਸੀਡੈਂਟ ਹੋ ਜਾਵੇ, ਸਾਨੂੰ ਓਵਰਟੇਕ ਕਰ ਰਹੇ ਸੀ ਤੇ ਐਕਸੀਡੈਂਟ ਹੋ ਗਿਆ। ਸੀ ਪੋ ਅਵੇਰੇ, ਤੁਹਾਡਾ ਹੋ ਸਕਦਾ ਉਹਨਾਂ ਪਾਰਟੇ ਦੀ ਰਿਸਪੌਂਸਿਬਿਲਿਟੀ, ਇੱਕ ਪਾਰਟ ਰਿਸਪੌਂਸਿਬਿਲਿਟੀ ਦਾ। ਸੇ ਜੇ non sia fatto, ਨਹੀਂ ਹੈ ਕੀਤਾ, possibile facilitare la manovra di sorpasso, ਸੌਖਾ ਕਰਨਾ ਓਵਰਟੇਕ ਵਾਲੀ ਹਰਕਤ। ਹਾਂ, ਕਦੀ ਵੀ ਆਪਾਂ ਗੱਲ ਕਰਾਂਗੇ ਤੁਹਾਡੀ ਰਿਸਪੌਂਸਿਬਿਲਿਟੀ ਹੋ ਸਕਦੀ ਹੈ, ਕਦੀ ਵੀ ਸਵਾਲ 'ਚ ਗੱਲ ਜਾਵੇ ਰਿਸਪੌਂਸਿਬਿਲਿਟੀ ਹੋ ਸਕਦੀ, ਬਿਲਕੁਲ ਸਾਡੀ ਹੋ ਸਕਦੀ। ਰੋਡ ਤੇ ਐਕਸੀਡੈਂਟ ਹੋਇਆ, ਉਹੀ ਕਹਿੰਦੇ ਤਾਲੀ ਦੋ ਹੱਥਾਂ ਨਾਲ ਵੱਜਦੀ ਹੈ, ਤਾਂ ਤੁਹਾਡੀ ਵੀ ਤਾਂ ਕੋਈ ਗਲਤੀ ਹੈਗੀ ਹੈ। ਜਦੋਂ ਵੀ ਕਹੇ ਤੁਸੀਂ ਹੈਗੇ ਪ੍ਰੀਵੀ ਦੀ ਰਿਸਪੌਂਸਿਬਿਲਿਟੀ, ਬਿਨਾਂ ਜ਼ਿੰਮੇਵਾਰੀ ਤੋਂ, ਤਾਂ ਇਹ ਹੋ ਨਹੀਂ ਸਕਦਾ। ਜਾਂ ਉਹ ਕਹੇ ਰਿਸਪੌਂਸਿਬਿਲਿਟੀ ਹੋਊਗੀ ਉਹਦੀ, ਸਿਰਫ ਉਹਦੀ ਹੋਊਗੀ, ਉਹ ਵੀ ਗਲਤ ਹੋਊਗਾ, ਏਦਾਂ ਨਹੀਂ ਹੋ ਸਕਦਾ। ਏਦਾਂ ਗੱਲ ਠੀਕ ਹੈ, ਤੁਹਾਡੀ ਜ਼ਿੰਮੇਵਾਰੀ। ਇਹੀ ਸਵਾਲ ਆਉਂਦੇ ਆ ਜਿਹੜੇ ਚੌਂਕ ਦੇ ਉੱਪਰ ਪਹਿਲ ਸਾਡੀ ਹੁੰਦੀ ਹੈ, ਤੇ ਉਹ 'ਚ ਕਹਿੰਦੇ ਆ non può escludersi, ਉਹਨਾਂ ਕੋਲ ਏਦਾਂ ਕੁਛ ਵਰਡ ਆਉਂਦਾ, non può escludersi, ਤੁਸੀਂ ਬਾਹਰ ਨਹੀਂ ਹੋ ਸਕਦੇ ਜ਼ਿੰਮੇਵਾਰੀ ਤੋਂ, ਉਹ ਵੀ ਗੱਲ ਠੀਕ ਹੈ। ਤਾਂ ਤੁਹਾਡੀ ਵੀ ਜ਼ਿੰਮੇਵਾਰੀ ਹੋਊਗੀ ਜੇ ਤੁਸੀਂ ਇਹ ਸੌਖਾ ਨਹੀਂ ਕੀਤਾ। ਸੌਖਾ ਕਿੱਦਾਂ ਕਰਨਾ ਸੀ? ਹੌਲੀ ਕਰਨਾ ਸੀ, ਥੋੜਾ ਜਿਹਾ ਸੱਜੇ ਪਾਸੇ ਹੋਣਾ ਸੀ। ਜੇ ਸਾਹਮਣੇ ਕੋਈ ਆ ਗਿਆ ਸੀ, ਹਮੇਸ਼ਾ ਹੌਲੀ ਨਹੀਂ ਹੋਣਾ, ਹਮੇਸ਼ਾ ਛੋਟਾ ਗੇਅਰ ਨਹੀਂ ਪਾਉਣਾ, ਤੁਸੀਂ ਆਰਾਮ ਨਾਲ ਜਾਣਾ, ਆਪੇ ਆਪ ਹੀ ਜਿਹੜਾ ਕਰ ਰਿਹਾ ਉਹ ਕਰੂਗਾ। ਸਾਹਮਣੋਂ ਆਉਂਦਾ ਫਿਰ ਥੋੜਾ ਜਿਹਾ ਫਰਜ਼ ਬਣਦਾ, ਕੋਈ ਇੰਡੀਕੇਟਰ ਨਹੀਂ ਅਸੀਂ ਦੇਣਾ। ਤਾਂ ਓਵਰਟੇਕ ਕਰਵਾਉਣਾ ਤਾਂ ਸੌਖਾ ਹੀ ਹੈ, ਕਰਨ ਵੇਲੇ ਬਹੁਤ ਗੱਲਾਂ ਦਾ ਧਿਆਨ ਕਰਨਾ ਪੈਂਦਾ ਕਿ ਲਾਈਨਾਂ ਪਹਿਲਾਂ ਦੇਖਣੋ, ਚਿੱਟੀ ਲਾਈਨ ਹੈਗੀ, ਕੰਟੀਨਿਊ ਹੈ ਕਿ ਡਿਸਕੰਟੀਨਿਊ ਹੈ, ਫਿਰ ਸਾਹਮਣੋਂ ਤਾਂ ਨਹੀਂ ਕੋਈ ਆਉਂਦਾ, ਵਿਜ਼ੀਬਿਲਿਟੀ ਕਿੰਨੀ ਹੈ। ਕਰਨ ਵੇਲੇ ਜ਼ਿਆਦਾ ਗੱਲਾਂ ਦਾ ਧਿਆਨ ਹੈ, ਸਪੀਡ ਆਪਣੀ ਸੈੱਟ ਅਸੀਂ ਆਪ ਕਰਨੀ ਹੈ, ਉਹ ਤਾਂ ਚੈਪਟਰ ਤੁਹਾਨੂੰ ਪਤਾ ਹੀ ਹੈ। ਤਾਂ 20ਵਾਂ ਸਵਾਲ ਕਿਉਂ ਗਲਤ ਹੋਇਆ? ਸਹੀ ਹੈ, ਤੁਹਾਡੀ ਹੋ ਸਕਦੀ ਜ਼ਿੰਮੇਵਾਰੀ, ਤੇ ਹੋ ਸਕਦੀ ਹੈ, ਬਿਲਕੁਲ ਜ਼ਿੰਮੇਵਾਰੀ ਤਾਂ ਹੋ ਹੀ ਸਕਦੀ ਹੈ। ਅਗਲਾ ਜੀ 21ਵਾਂ ਸਵਾਲ, ਇਲ ਸਿੰਬolo raffigurato è posto, ਲੱਗਦਾ ਹੈ su una spia di colore rosso, ਇਹ ਕਲੋਰੇ ਰੋਸੋ ਰੰਗ ਦਾ ਇਹ ਜਗਦਾ, ਇਹ ਜਗਦਾ ਕੀ ਦੇ ਨਾਲ? ਚਾਰੇ ਇੰਡੀਕੇਟਰ ਇਕੱਠੇ ਜਗ ਪੈਂਦੇ। ਹਾਂ, ਕਈ ਵਾਰ ਬੋਲਣ 'ਚ ਦਿੱਕਤ ਆਉਂਦੀ ਹੈ, ਪਰ ਥੋੜਾ ਜਿਹਾ ਬੋਲਣ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਜਦੋਂ ਹੁਣ ਗਵੀਦੇ 'ਚ ਪੁੱਛ-ਪਾਛ ਲੈਂਦੇ ਤਾਂ ਫਿਰ ਉਹਦਾ ਵੀ ਉੱਦਾਂ ਬਣਾਵਾਂਗੇ ਕੋਈ, ਜਿਹੜੇ ਗਵੀਦੇ ਦੇ ਵਿੱਚ ਰਿਲੇਟਡ ਵਰਡ ਹੁੰਦੇ ਆ, ਪ੍ਰੈਕਟੀਕਲੀ ਵੀ ਆਪਾਂ ਕੋਈ ਵੀਡੀਓ ਬਣਾਵਾਂਗੇ, ਤੇ ਜਿੱਦਾਂ ਵੀ ਟਾਈਮ ਲੱਗਦਾ। ਚਾਰੋਂ ਇੰਡੀਕੇਟਰ ਇਕੱਠੇ ਨਾ, quattro frecce contemporaneamente ਕਹਿ ਲਓ, simultaneamente ਕਹਿ ਲਓ, ਜਾਂ ਇਹਨੂੰ segnalazione luminosa di pericolo, ਖਤਰੇ ਦਾ ਇਸ਼ਾਰਾ ਕਹਿ ਸਕਦੇ ਹਾਂ, ਜਿਹਨੂੰ ਆਪਾਂ ਲਗਭਗ ਧੁੰਦ ਦੇ ਵਿੱਚ ਜਗਾਉਂਦੇ ਹਾਂ ਜਾਂ ਐਮਰਜੈਂਸੀ ਵਿੱਚ ਜਗਾਉਂਦੇ ਹਾਂ। ਦੋ ਸਵਾਲ ਹੈ, ਇੱਕ ਕਾਜ਼ੀ ਦੀ ਐਮਰਜੈਂਸੀ, ਹਾਂਜੀ ਕਾਜ਼ੀ ਦੀ ਐਮਰਜੈਂਸੀ 'ਚ, ਬਸ ਇਦਾਂ ਸਵਾਲ ਯਾਦ ਆਉਣਾ ਚਾਹੀਦਾ। ਤੇ ਠੀਕ ਹੈ, ਲਾਲ ਰੰਗ ਦਾ ਸਪੀਆ ਇਹਦਾ ਜਗਦਾ ਹੈ। 21ਵਾਂ ਸਵਾਲ ਵੇਰੋ। 22ਵਾਂ, la idoneità alla guida può essere compromessa se si fa uso di allucinogeni, LSD, ecstasy, etc. ਇਹ ਸਵਾਲ ਵੇਰੋ ਹੈ। ਉੱਦਾਂ ਤਾਂ ਦੇਖੋ ਇਹ ਵੜਦਾ ਹੈ ਇਦੋਨੀਅਤਾ ਅਲਾ ਗੁਈਦਾ, ਗੱਡੀ ਚਲਾਉਣ ਦੀ ਜਿਹੜੀ ਫਿਟਨੈਸ ਹੈ, ਵੀ ਮੈਂ ਫਿੱਟ ਹਾਂ, ਓਕੇ ਹੈ। ਉਹ ਐਸਰੇ ਕੰਪਰੋਮਿਸਾ, ਉਹਦੇ ਨਾਲ ਤੁਸੀਂ ਸਮਝੌਤਾ ਕਰ ਲਿਆ ਕਿ ਤੁਸੀਂ ਫਿੱਟ ਨਹੀਂ ਸੀਗੇ, ਮਤਲਬ ਕਹਿਣ ਦਾ ਫਿਟਨੈਸ ਦੇ ਨਾਲ ਸਮਝੌਤਾ ਕਰਨਾ, ਮਤਲਬ ਤੁਸੀਂ ਫਿੱਟ ਨਹੀਂ ਗਏ ਜੇ ਤੁਸੀਂ ਯੂਜ਼ ਕਰ ਰਹੇ ਹੈ ਨਸ਼ੇ, ਯਾਨੀ ਕਿ ਇਹ ਕਰ ਰਹੇ ਹੈ, ਜੇ ਤੁਸੀਂ ਨਸ਼ੇ ਕਰ ਰਹੇ ਤਾਂ ਤੁਸੀਂ ਫਿਟਨੈਸ ਨਾਲ ਸਮਝੌਤਾ ਕਰ ਲਿਆ। ਤੇ ਜਿੱਦਾਂ ਮਰਜ਼ੀ, ਪਰ ਆਪਾਂ ਆਪਣੇ ਤਰੀਕੇ ਨਾਲ ਜਿੱਦਾਂ ਪੜ੍ਹਦੇ ਉੱਦਾਂ ਹੀ ਹੈ। ਗੱਡੀ ਚਲਾਉਣ ਦੀ ਇਜਾਜ਼ਤ ਨੂੰ ਕਿੱਦਾਂ ਬੋਲ ਦਿੰਦੇ ਹੁੰਦੇ, ਚਾਹੇ ਫਕੋਲਤਾ ਦੀ ਗਵੀਦਾ ਕਹਿ ਲਓ, ਚਾਹੇ ਇਦੋਨੀਅਤਾ ਅਲੱਗ ਗਵੀਦਾ ਕਹਿ ਦਿਓ, ਗੱਡੀ ਚਲਾਉਣ ਦੀ ਇਜਾਜ਼ਤ ਨੂੰ ਉਹ ਇਸ ਤਰੀਕੇ ਕੰਪਰੋਮਿਸਾ ਰੋਕਿਆ ਜਾ ਸਕਦਾ ਹੈ। ਕੰਪਰੋਮਿਸਾ ਨੂੰ ਆਪਾਂ ਰੋਕਿਆ ਹੀ ਪੜ੍ਹਦੇ ਹਮੇਸ਼ਾ, ਜੇ ਤੁਸੀਂ ਯੂਜ਼ ਕਰਦੇ ਹੋ ਨਸ਼ੇ ਤਾਂ ਬਿਲਕੁਲ ਰੋਕਿਆ ਜਾ ਸਕਦਾ ਤੁਹਾਨੂੰ। ਇਹ ਨਸ਼ੇ ਬਥੇਰੇ ਹੈਗੇ ਆ, ਹੀਰੋਇਨ, ਕੋਕੀਨ, LSD,
ਤੇ ਆਪਣੇ ਐਲਕੋਹਲ ਤਾਂ ਹੈਗਾ ਹੀ ਹੈ, ਫਾਰਮਾਚੀ ਦਵਾਈਆਂ ਵੀ ਹੈਗੀਆਂ ਜਿਹੜੀਆਂ ਰੋਕ ਸਕਦੀਆਂ, ਜਿਹੜਾ ਸਮਝੌਤਾ ਕਰਨਾ ਹੈ। ਹਾਂ, ਕਫੇ ਅਮਾਰੋ, ਸਾਲੀ ਮਿਨਰਾਲੀ, ਇੰਟੈਗ ਕੀ ਕਹਿੰਦੇ ਐਲੀਮੈਂਟਾਰੀ ਕੋਈ ਚੀਜ਼ਾਂ ਆਉਂਦੀਆਂ, ਬੇਵਾਂਦੇ ਅਲਕੋਹਲਿਕ ਨਹੀਂ, ਬੇਵਾਂਦੇ ਗਸਾਤੇ, ਇਹ ਸਾਰੇ ਗਲਤ ਸਵਾਲ ਹੈ, ਉਹ ਨਹੀਂ ਰੋਕਦੇ, ਉਹ ਨਹੀਂ ਰੋਕਦੇ। ਤਾਂ ਜਿੱਦਾਂ ਤੁਹਾਨੂੰ ਯਾਦ ਰਹੇ ਉਸ ਹਿਸਾਬ ਨਾਲ ਆਪਣਾ ਯਾਦ ਕਰਿਓ, ਕਿਉਂਕਿ ਆਪਣਾ ਤਰੀਕਾ ਵੀ ਬਣ ਜਾਂਦਾ ਨਾ ਵੀ ਮੈਂ ਕਿਸ ਤਰੀਕੇ ਨਾਲ ਪੜ੍ਹਾ ਤਾਂ ਇਹ ਵੇਰੋ ਹੈ, ਕਿਸ ਤਰੀਕੇ ਨਾਲ ਇਹ ਫਾਲਤੂ ਹੈ, ਜਿੱਦਾਂ ਵੀ ਤੁਹਾਨੂੰ ਠੀਕ ਲੱਗੇ ਸਭ ਸਹੀ ਹੈ। ਇਲ ਰਿਵਾਲਤਾਮੈਂਟੋ ਇਨ ਕੂਰਵਾ, ਕੂਰਵੇ ਦੇ ਵਿੱਚ ਪਲਟ ਜਾਣਾ, ਉਲਟ ਜਾਣਾ, del vicolo ਦਾ। ਗੱਡੀ 'ਚ ਪਲਟਦੀ ਕਦੋਂ ਹੈ? ਗੱਡੀ ਪਲਟਣ ਦੇ ਕਾਰਨ ਕੀ ਹੈ? ਇਹ ਫਾਵੋਰੀਤੋ ਫੇਵਰ ਮਿਲਦਾ, ਮਦਦ ਮਿਲਦੀ ਹੈ। ਕਦੋਂ ਮਦਦ ਮਿਲਦੀ ਹੈ? ਦਾ un raggio di curvatura della strada piccolo ਹੈ, ਯਾਨੀ ਕਿ ਕੂਰਵਾ ਸਤ੍ਰੇਤਾ ਹੈ। ਜੇ ਕੂਰਵਾ ਸਤ੍ਰੇਤਾ ਹੈ ਤਾਂ ਤੰਗ ਮੋੜ ਹੈ, ਤਿੱਖਾ ਮੋੜ ਹੈ, ਤਾਂ ਮਦਦ ਮਿਲੂਗੀ ਪਲਟਣ 'ਚ। ਤਾਂ ਇਹ ਗੱਲ ਠੀਕ ਹੈ। ਇਹ 'ਚ ਰਿਵਾਲਤਾਮੈਂਟੋ ਇਨ ਕੂਰਵਾ ਦੇ ਸਵਾਲ ਜਦੋਂ ਆਉਂਦੇ ਆ, ਉਹ 'ਚ ਇੱਕ ਕੂਰਵਾ ਲਾਰਗਾ ਆਉਂਦਾ ਹੈ, ਖੁੱਲਾ ਮੋੜ, ਖੁੱਲੇ ਮੋੜ 'ਚ ਥੋੜੀ ਮਦਦ ਮਿਲਦੀ ਹੈ, ਉਹ ਸਵਾਲ ਗਲਤ ਹੈ। ਕੂਰਵਾ ਸਤ੍ਰੇਤਾ ਵਾਲਾ ਠੀਕ ਹੈ। ਫਿਰ ਇੱਕ ਇਹੀ ਸਵਾਲ ਹੈ ਕਰੇ ਜਾਤਾ ਲਾਰਗਾ। ਕਰੇ ਜਾਤਾ ਇੱਕ ਤਾਂ ਸੜਕ ਹੁੰਦੀ, ਇੱਕ ਟਾਇਰਾਂ ਦੇ ਵਿੱਚ ਦੀ ਡਿਸਟੈਂਸ ਨੂੰ ਵੀ ਕਰੇ ਜਾਤਾ ਕਹਿੰਦੇ ਆ। ਉਹ 'ਚ ਲਿਖਿਆ ਵੀ ਹੁੰਦਾ ਕਿ ਡਿਸਟੈਂਸ ਦੋ ਟਾਇਰਾਂ ਦੇ ਵਿਚਾਲੇ, ਜਿਹੜੇ ਜਿੱਦਾਂ ਮੋਹਰੇ ਟਾਇਰ ਹੈ ਪਿਛਲੇ ਟਾਇਰ ਹੈ, ਵਿਚਾਲੇ ਡਿਸਟੈਂਸ ਤਾਂ ਹੁੰਦੀ ਹੈ। ਤਾਂ ਉਹ ਚੀਜ਼ ਦੀ ਗੱਲ ਕਰਦਾ ਪਿਆ ਵੀ ਉਹ ਵੀ ਸਵਾਲ ਆਉਂਦਾ, ਤਾਂ ਮੈਂ ਉਹਦੇ ਦਿਖਾ ਦਿੰਦਾ। ਮੰਨ ਲਓ ਆ ਗੱਡੀ ਦਾ ਮੋਹਰਲੇ ਟਾਇਰ 2 ਹੈ, ਤੇ ਜੇ ਡਿਸਟੈਂਸ ਜ਼ਿਆਦਾ ਹੈ ਤਾਂ ਇਹ ਘੱਟ ਪਲਟੂਗੀ। ਹੁਣ ਮੰਨ ਲਓ ਇੱਕ ਗੱਡੀ ਆ ਹੈ, ਉਹਦੇ ਟਾਇਰ ਆ ਹੈ, ਇਹਦੇ ਉੱਪਰ ਬਾਡੀ ਬਣਾ ਲਓ, ਹੈ ਨਾ। ਮੰਨ ਲਓ ਆ ਗੱਡੀ ਹੈ, ਇੱਕ ਗੱਡੀ ਦੀ ਬਾਡੀ ਇੱਦਾਂ ਹੈ, ਇਹਦੀ ਕਰੇ ਜਾਤਾ ਯਾਨੀ ਕਿ ਇੱਕ ਕਰੇ ਜਾਤਾ ਇਹਨੂੰ ਵੀ ਕਹਿੰਦੇ ਆ ਜਿਹੜੀ ਸੜਕ ਨੂੰ, ਪਲੱਸ ਗੱਡੀ ਦੇ ਟਾਇਰਾਂ ਦੇ ਵਿਚਲੀ ਡਿਸਟੈਂਸ। ਜੇ ਥੋੜੀ ਹੈ ਇਹ ਸੌਖੀ ਪਲਟ ਜੂਗੀ, ਇਹਦੇ ਪਲਟਣ ਦੇ ਚਾਂਸ ਇਦਾਂ ਨਹੀਂ ਚਾਹੀਦਾ। ਇਹ ਧਿਆਨ ਨਾਲ ਜਾਓ। ਇਸ ਗੱਡੀ ਜਿਹੜੀਆਂ ਵੈਨਾਂ ਵਗੈਰਾ ਇੰਡੀਆ 'ਚ ਪਹਿਲਾਂ ਹੁੰਦੀਆਂ ਸੀ, ਵੈਨ ਵਗੈਰਾ ਹੁੰਦੀ, ਹਾਂ ਜੇ ਟਾਇਰ ਦੂਰ ਦੂਰ ਹੈ ਫਿਰ ਉਹਦੇ ਪਲਟਣ ਦੇ ਚਾਂਸ ਘੱਟ ਹੈ। ਇਹ ਕਰੇ ਜਾਤਾ ਲਾਰਗਾ ਹੈ, ਇਹ ਕਰੇ ਜਾਤਾ ਸਤ੍ਰੇਤਾ ਹੈ। ਕੂਰਵਾ ਸਤ੍ਰੇਤਾ ਤਾਂ ਆ ਹੋ ਗਿਆ, ਕੂਰਵਾ ਲਾਰਗਾ ਇਹ ਆ ਹੋ ਗਿਆ। ਇਹ 'ਚ ਨਹੀਂ ਪਲਟੂਗਾ, ਇਹਦੇ ਵਿੱਚ ਮਦਦ ਮਿਲੂਗੀ। ਇਹ ਤੁਹਾਨੂੰ ਧਿਆਨ ਆ ਗਿਆ ਹੋਣਾ ਸ਼ਾਇਦ। ਤਾਂ ਕੂਰਵਾ ਸਤ੍ਰੇਤਾ 'ਚ ਫੇਵਰ ਮਿਲਦਾ ਪਲਟਣ ਦਾ, ਬਾਕੀ ਤੇਜ਼ ਸਪੀਡ ਦੇ ਨਾਲ ਹੀ ਪਲਟਦੀ ਹੈ। ਤੇਜ਼ ਸਪੀਡ ਤਾਂ ਹੈ ਹੀ ਹੈ। ਤਾਂ 23ਵਾਂ ਸਵਾਲ ਠੀਕ ਹੈ। 24ਵਾਂ il segnale raffigurato è un segnale di prescrizione। prescrizione ਯਾਨੀ ਕਿ ਇਹ 'ਚ 3 ਸਾਈਨ ਆਉਂਦੇ ਆ। ਇਹ ਹੈਗਾ ਪ੍ਰੈਸੀਡੈਂਸਾ ਦਾ, 3 ਹੁੰਦੇ ਆ divieto obbligo precedenza। ਤੇ ਇਹ ਪ੍ਰੈਸੀਡੈਂਸਾ ਦਾ ਤਾਂ ਹੈਗਾ, ਇਹ ਵੀ prescrizione 'ਚ ਹੀ ਹੈ, ਆਰਡਰ ਵਾਲਿਆਂ 'ਚ। ਉੱਦਾਂ ਇਹਨਾਂ ਸਾਨੂੰ ਇਹ ਪਤਾ ਹੈ ਇਹ ਕਿਹੜੇ ਰੋਡ ਤੇ ਲੱਗਿਆ ਹੋਊਗਾ, ਸੈਂਸਾ ਦ੍ਰਿਤੋ ਵਾਲੇ ਤੇ, ਯਾਨੀ ਕਿ ਛੋਟੇ ਰੋਡ ਤੇ ਲੱਗਿਆ ਹੋਊਗਾ। 320 ਮੀਟਰ ਬਾਅਦ ਸਾਨੂੰ ਇਹੀ ਸਾਈਨ ਮਿਲਣਾ ਹੈ, ਦਾਰੇ ਪ੍ਰੈਸੀਡੈਂਸਾ ਵਾਲਾ, ਜਿੱਥੇ ਸਾਨੂੰ ਪਹਿਲ ਦੇਣੀ ਜ਼ਰੂਰੀ ਹੈ ਸੱਜੇ ਖੱਬੇ ਨੂੰ, ਪਰ ਰੁਕਣਾ ਉਦੋਂ ਹੀ ਹੈ ਜਦੋਂ ਕੋਈ ਆ ਰਿਹਾ। ਜੇ ਕੋਈ ਨਹੀਂ ਆ ਰਿਹਾ ਤਾਂ ਰੁਕਣਾ ਵੀ ਜ਼ਰੂਰੀ ਨਹੀਂਗਾ। ਬਸ ਇੰਨੀ ਕੁ ਗੱਲ ਹੈ, ਛੋਟੇ ਰੋਡ ਤੇ ਲੱਗਿਆ ਹੋਊਗਾ। 24ਵਾਂ ਸਵਾਲ prescrizione ਹੈ ਤਾਂ ਵੇਰਵਾ ਹੈ। 25ਵਾਂ il segnale raffigurato prescribe ਕਰਦਾ ਹੈ, ਆਰਡਰ ਕਰਦਾ ਹੈ divieto di sorpasso tra autovicoli। ਇਹ ਤਾਂ ਕੋਈ ਮਤਲਬ ਨਹੀਂ, ਇਹ ਤਾਂ ਪੋਂਤੇ ਹੈ, ਪੁਲ ਹੈ। ਪੋਂਤੇ ਕਹਿ ਲਓ, ਵੀਆ ਦੋਤੋ ਕਹਿ ਲਓ, ਹੈ ਨਾ। ਕਬਲ ਕਾਵੀਆ ਦਾ, ਉਹਦਾ ਕਬਲ ਕਾਵੀਆ ਨੂੰ ਵੀ ਪੁਲ ਕਹਿੰਦੇ, ਪਰ ਕਬਲ ਕਾਵੀਆ ਦਾ ਯੂ ਟਰਨ ਕਰਨ ਵਾਸਤੇ ਉਹਦਾ ਸਾਈਨ ਅਲੱਗ ਹੈਗਾ। ਉੱਦਾਂ ਇਹ ਪੁਲ ਹੈ, ਪੁਲ ਦੇ ਉੱਪਰੋਂ ਲੰਘਣਾ ਆਪਾਂ। ਉਹ ਕਹੂਗਾ ਥੱਲੋਂ ਲੰਘਦੇ, ਥੱਲੋਂ ਨਹੀਂ ਲੰਘਣਾ, ਪੁਲ ਦੇ ਉੱਪਰੋਂ ਲੰਘਣਾ। ਤਾਂ ਇੱਥੇ ਕੀ ਪ੍ਰੋਬਲਮ ਹੋ ਸਕਦੀ, ਥੋੜਾ ਜਿਹਾ ਧਿਆਨ ਰੱਖਣਾ। ਪੁਲ ਜਦੋਂ ਉੱਚੇ ਹੁੰਦੇ ਆ ਤਾਂ ਹਵਾ ਤੇਜ਼ ਚੱਲਦੀ ਹੁੰਦੀ, ਥੋੜਾ ਜਿਹਾ ਧਿਆਨ ਨਾਲ ਸਟੀਅਰਿੰਗ ਕੱਸ ਕੇ ਰੱਖੋ, ਸਪੀਡ ਘੱਟ ਰੱਖੋ। ਪੁਲ ਦੇ ਉੱਪਰੋਂ ਆਪਾਂ ਲੰਘਣਾ। ਕਿੰਨਾ ਲੰਬਾ ਪੁਲ ਹੈ ਉਹ ਥੱਲੇ ਲਾ ਸਕਦੇ ਵੀ 500 ਮੀਟਰ ਲੰਬਾ, ਕਈ ਵਾਰ ਜ਼ਿਆਦਾ ਲੰਬੇ ਪੁਲ ਵੀ ਹੁੰਦੇ ਆ, ਤਾਂ ਲੰਬਾਈ ਵੀ ਲੱਗ ਸਕਦੀ ਹੈ। ਓਵਰਟੇਕ ਦੀ ਮਨਾਹੀ ਇਦਾਂ ਦੀ ਕੋਈ ਗੱਲ ਨਹੀਂ। 25ਵਾਂ ਸਵਾਲ ਗਲਤ। ਲੋ ਸਪਾਸੀਓ ਦੀ ਫਰੇਨਾਤੂਰਾ, ਬ੍ਰੇਕਿੰਗ ਸਪੇਸ। ਹੁਣ ਮੈਂ ਪਹਿਲਾਂ ਤਾਂ ਇੱਥੇ ਰੋਕੂੰਗਾ। ਬ੍ਰੇਕਿੰਗ ਸਪੇਸ ਕੀ ਹੈ? ਬ੍ਰੇਕ ਮਾਰਨ ਤੋਂ ਲੈ ਕੇ ਰੁਕਣ ਤੱਕ। ਜਿਹੜੀ ਟੋਟਾਲੇ ਹੁੰਦੀ ਟੋਟਲ, ਉਹ ਹੁੰਦੀ ਖਤਰਾ ਦੇਖਣ ਤੋਂ ਲੈ ਕੇ ਰੁਕਣ ਤੱਕ। ਦੋ ਪਾਰਟ ਸਾਨੂੰ ਅਲੱਗ ਅਲੱਗ ਪਤਾ ਹੈ। ਹੁਣ ਇਹ ਦੂਸਰਾ ਪਾਰਟ ਹੈ ਸਪਾਸੀਓ ਦੀ ਫਰੇਨਾਤੂਰਾ। ਕਦੀ ਦਿਸਤਾਂਸਾ ਦੀ ਫਰੇਨਾਤੂਰਾ ਵੀ ਕਹਿ ਦਿੰਦੇ ਆ, ਹੈ ਨਾ, ਤੇ ਇਦਾਂ ਦੀ ਵਰਡ ਬਦਲਦੇ ਰਹਿੰਦੇ ਆ। ਸਪਾਸੀਓ ਦੀ ਫਰੇਨਾਤੂਰਾ ਦਿਵੈਂਤਾ ਬਣ ਜਾਂਦੀ ਹੈ 16 ਵੋਲਤੇ ਮਜੋਰੇ, 16 ਗੁਣਾ ਜ਼ਿਆਦਾ। ਸੇ ਵਿਲੋਚਿਤਾ ਸੀ ਕੁਆਦਰੂਪਲਿਕਾ, 4 ਗੁਣਾ ਕਰਦੀ ਹੈ। ਇਹ ਤਾਂ ਹੁਣ ਜਿੰਨਾ ਤੁਸੀਂ ਪੜ੍ਹਿਆ ਹੋਊਗਾ ਯਾਦ ਹੀ ਹੋਣਾ। 4 ਗੁਣਾ ਕਰਦੀ ਹੈ ਤਾਂ 16 ਗੁਣਾ ਹੋ ਜਾਂਦੀ ਹੈ। ਤ੍ਰਿਪਲਿਕਾ ਕਰਦੀ ਹੈ ਤਾਂ 9 ਵੋਲਤੇ ਹੋ ਜਾਂਦੀ ਹੈ। ਰਾਦੋਪੀਓ ਕਰਦੀ ਹੈ ਤਾਂ ਕੁਆਦਰੂਪਲਿਕਾ 4 ਗੁਣਾ ਹੋ ਜਾਂਦੀ ਹੈ। ਇੱਕ ਸਵਾਲ ਹੈ, ਉਹ ਕਹਿੰਦਾ ਰਾਦੋਪੀਓ ਕਰਾਂਗੇ ਤਾਂ ਉਹ ਵੀ ਰਾਦੋਪੀਓ ਹੋਊਗੀ। ਉਹ ਸਵਾਲ ਗਲਤ ਹੈ, ਤੁਹਾਨੂੰ ਯਾਦ ਹੀ ਆ ਗਿਆ ਹੋਣਾ। ਤਾਂ ਇਹ ਸਵਾਲ 26ਵਾਂ ਠੀਕ ਹੈ। 16 ਗੁਣਾ 9 ਗੁਣਾ
4 ਗੁਣ ਵਾਲੇ ਸਾਰੇ ਸਹੀ ਹੈ। ਇਹਦੇ ਵਿੱਚ nell'incrocio rappresentato in figura vicolo R ਜਿਹੜਾ ਹੈਗਾ ਯਾਨੀ ਕਿ ਨੀਲੀ ਗੱਡੀ passa per primo, R ਨੀਲੀ ਗੱਡੀ ਪਹਿਲਾਂ ਜਾਊਗੀ। ਇਹ ਤਾਂ ਸੌਖਾ ਹੀ ਹੈ, ਨੀਲੀ ਤਾਂ ਕਿਉਂਕਿ ਦਸਤਰਾ ਖਾਲੀ ਹੈ ਤੇ ਇਹ ਪਹਿਲਾਂ ਜਾਊਗੀ। ਇਹ ਤਾਂ ਮੇਨ ਰੋਡ ਤੇ ਜਾ ਰਹੀ ਹੈ, ਖੱਬੇ ਪਾਸੇ ਰੋਡ ਵੱਧਦਾ ਪਿਆ ਤੇ ਮੇਨ ਤਾਂ ਚ ਕੋਈ ਨਹੀਂ ਹੈਗਾ ਕਿਉਂਕਿ ਚ ਕਿਹੜਾ ਦਾਰੇ ਪ੍ਰੈਜ਼ੀਡੈਂਸ ਲੱਗਿਆ, ਪਰ ਸੂਬੀ ਤੋਂ ਦਸਤਰਾ ਜਾ ਰਹੀ ਹੈ, ਇਸ ਕਰਕੇ ਫਿਰ RDA ਤਾਂ ਘੜੀ ਘੁਮਾ ਦਿੰਦੇ ਆਪਾਂ। ਵੱਡੀ ਗੱਡੀ ਹੈ ਤਾਂ ਕੋਈ ਮਤਲਬ ਨਹੀਂ, ਹਾਂ ਜਦ ਤੱਕ ਐਮਰਜੈਂਸੀ ਗੱਡੀ ਨਹੀਂ ਗਈ ਜਾਂ ਟਰਾਮ ਨਹੀਂ ਗਈ, ਸਭ ਗੱਡੀਆਂ ਸੇਮ ਹੀ ਹੈ ਤਾਂ RDA ਆਰਡਰ ਰਹੂਗਾ ਇਹਦੇ ਵਿੱਚ। 27ਵਾਂ ਸਵਾਲ ਹੋ ਗਿਆ। 28ਵਾਂ ਆਹ ਸਵਾਲ La guida di un fuoristrada SUV यानी कि ਜਿਹੜੀ ਵੱਡੀਆਂ ਗੱਡੀਆਂ ਜੀਪੇ ਟਾਈਪ risulta particolarmente indicata all'interno dei centri abitati। ਇਹ ਸਵਾਲ ਤਾਂ ਮੈਨੂੰ ਸਮਝਾਉਣਾ ਵੀ ਔਖਾ ਲੱਗਦਾ ਉਹਦਾ, ਇਹ ਬਹੁਤ ਉਹ ਹੈ। ਇਹ ਸਵਾਲ ਹੈਗਾ ਫਾਲਸੋ। ਇਹਨੂੰ ਜਿੱਦਾਂ ਮਰਜ਼ੀ ਆਪਣੇ ਤਰੀਕੇ ਨਾਲ ਬਣਾ ਲਓ। ਹੁਣ ਪਹਿਲਾਂ ਅਸੀਂ ਇੱਦਾਂ ਪੜ੍ਹੀਦਾ ਸੀ ਇਹਨੂੰ, ਜੀਪੇ ਦੀ ਡਰਾਈਵਿੰਗ ਪਾਰਟਿਕੂਲਰਮੈਂਟ ਖਾਸ ਤੌਰ ਤੇ ਇੰਡੀਕਾਤਾ ਕੀਤੀ ਹੁੰਦੀ ਹੈ ਸ਼ਹਿਰ ਦੇ ਵਿੱਚ। ਤਾਂ ਸ਼ਹਿਰ ਦੇ ਵਿੱਚ ਕਿੱਦਾਂ ਇੰਡੀਕੇਟ ਕੀਤੀ ਹੁੰਦੀ ਹੈ ਜੀਪੇ ਦੀ ਡਰਾਈਵਿੰਗ? ਇਹ ਤਾਂ ਕੋਈ ਸਵਾਲ ਬਣਿਆ ਨਹੀਂ, ਜਿੱਦਾਂ ਫਾਲਸੋ ਕਰ ਲਓ। ਉੱਦਾਂ ਇਹਦਾ ਇਹ ਵੀ ਬਣਦਾ ਹੈਗਾ ਕਿ ਜੀਪੇ ਦੀ ਡਰਾਈਵਿੰਗ ਖਾਸ ਤੌਰ ਤੇ ਸੂਟੇਬਲ ਹੈ, ਸਹੀ ਹੈ ਸ਼ਹਿਰ ਦੇ ਵਿੱਚ। ਵੀ ਸ਼ਹਿਰ ਦੇ ਵਿੱਚ ਜਾਣਾ ਤਾਂ ਜੀਪਾਂ ਲੈ ਕੇ ਜਾਈਏ ਤਾਂ ਜ਼ਿਆਦਾ ਵਧੀਆ ਹੈ। ਨਹੀਂ, ਜਿੰਨੀ ਛੋਟੀ ਗੱਡੀ ਆਪਾਂ ਸ਼ਹਿਰ ਦੇ ਵਿੱਚ ਲੈ ਕੇ ਜਾਈਏ ਉਨਾ ਹੀ ਸੌਖਾ ਹੈ, ਪਾਰਕਿੰਗ ਸੌਖੀ ਮਿਲ ਜੂਗੀ, ਹੈ ਨਾ। ਸ਼ਹਿਰ ਦੇ ਵਿੱਚ ਤਾਂ ਜਿੰਨੀ ਛੋਟੀ ਗੱਡੀ ਹੋਵੇ ਉਨੀ ਵਧੀਆ। ਜਿੰਨਾ ਹੁਣ ਟਰੱਕ ਲੈ ਕੇ ਸ਼ਹਿਰ 'ਚ ਅਸੀਂ ਸ਼ੋਪਿੰਗ ਕਰਨ ਜਾਈਏ ਤਾਂ ਉਹ ਕਿੱਥੇ ਪਾਰਕਿੰਗ ਮਿਲੀ ਤੇ ਕਦੋਂ ਮੋੜਿਆ ਉਹਨੂੰ, ਹੈ ਨਾ। ਤਾਂ ਜੀਪੇ ਦੀ ਡਰਾਈਵਿੰਗ ਐਪ ਖਾਸ ਤੌਰ ਤੇ ਸੂਟੇਬਲ ਜਾਂ ਇੰਡੀਕੇਟ ਕੀਤੀ ਹੋਈ, ਜਿੱਦਾਂ ਮਰਜ਼ੀ, ਇਹ ਸਭ ਗਲਤ ਹੈ। ਤੇ ਸਵਾਲ ਯਾਦ ਰੱਖਿਓ, ਗਲਤ ਹੈ। ਹਾਂ, ਇਹ ਜੀਪਾ ਖਤਰਾ ਹੀ ਪੈਦਾ ਕਰਦਾ ਹੈ। ਜਿੱਡੀ ਵੱਡੀ ਗੱਡੀ ਉੱਡਾ ਹੀ ਵੱਡਾ ਖਤਰਾ ਹੀ ਪੈਦਾ ਕਰੂਗਾ ਉਹ। ਤਾਂ ਇੰਨੀ ਕੁ ਗੱਲ ਹੈ। 29ਵਾਂ ਸਵਾਲ, ਇਨ ਕਾਜ਼ੋ ਦੀ ਇਨਫੋਸਾਮੈਂਟੋ ਖੁੱਭ ਗਿਆ। ਸੂ ਨੇਵੇ ਬਰਫ਼ ਵਿੱਚ ਵੀ ਗੱਡੀ ਖੁੱਭ ਸਕਦੀ ਹੈ, ਸਾਬੀਆ ਰੇਤੇ ਵਿੱਚ ਵੀ ਖੁੱਭ ਸਕਦੀ ਹੈ। ਖੁੱਭ ਗਈ ਗੱਡੀ। ਨੋਨ ਰੀਓਸ਼ੈਂਦੋ ਨਹੀਂ ਸਕਦੇ ਪਏ ਪਰਤੀਰੇ, ਮਤਲਬ ਚੱਲ ਨਹੀਂ ਸਕਦੇ ਪਏ। ਕੋਨ ਪ੍ਰੀਮਾ ਮਾਰਚਾ ਪਹਿਲੇ ਗੇਅਰ 'ਚ ਨਿਕਲਦੀ ਨਹੀਂ ਪਈ ਗੱਡੀ। ਇਹ ਪੋਰਤੂਨੋ ਸਹੀ ਹੈ। ਇਨ ਸਤਾਰੇ ਇਨਸਰਟ ਕਰ ਲਓ ਉਹਨਾਂ ਮਾਰਚਾ ਸੁਪਰੀਓਰੇ, ਵੱਡਾ ਗੇਅਰ ਪਾ ਕੇ ਦੇਖ ਲਓ। ਇਹ ਸਵਾਲ ਠੀਕ ਹੈ, ਵੱਡਾ ਗੇਅਰ ਪਾ ਕੇ ਦੇਖ ਲਓ। ਉੱਦਾਂ ਇੱਕ ਵੀ ਹੈ ਤਪੇਤੀ ਲੈਣੀਓ ਰੱਖ ਕੇ ਉਹਦੇ ਟਾਇਰ ਦੇ ਥੱਲੇ ਰੱਖ ਲਓ। ਤਪੇਤੀ ਵਾਲਾ ਸਵਾਲ ਵੀ ਹੈਗਾ ਨਾ ਇੱਕ, ਉਹ ਵੀ ਬੇਰੋ ਹੈ। ਬਸ ਇੰਨੀ ਗੱਲ ਹੈ। ਜੇ ਖੁੱਭ ਜਾਵੇ ਇਨਫੋਸਾਮੈਂਟੋ ਸ਼ਾਇਦ 2 ਹੀ ਸਵਾਲ ਹੈ, ਦੋਨੋਂ ਹੀ ਬੇਰੋ ਹੈ। ਖੁੱਭ ਜਾਵੇ ਤਾਂ ਦੋਨੋਂ ਹਾਲਾਤ ਠੀਕ ਹੈ। ਵੱਡਾ ਗੇਅਰ ਪਾ ਕੇ ਦੇਖ ਲਓ, ਤਪੇਤੀ ਤਪੂਤੀ ਰੱਖ ਕੇ ਦੇਖ ਲਓ ਕਿ ਉਹ ਟਾਇਰ ਨਾਲ ਲੱਗ ਕੇ ਤੇ ਬਾਹਰ ਨੂੰ ਆ ਜਾਵੇ, ਪਕੜ ਗ੍ਰਿਪ ਬਣ ਜਾਵੇ ਜਿਹਦੇ ਨਾਲ। 30ਵਾਂ ਸਵਾਲ, ਨੈਲੇ ਕੂਰਵੇ ਪਰਕੋਰਸੇ ਆ ਫੋਰਤੇ ਵੈਲੋਚਿਤਾ। ਦੇਖੋ, ਫੋਰਤੇ ਵੈਲੋਚਿਤਾ, ਆਲਤਾ ਵੈਲੋਚਿਤਾ, ਐਲੀਵਾਤਾ ਵੈਲੋਚਿਤਾ, ਇੱਕ ਥਾਂ ਤੇ ਸੋਸਟੇਨੂਤਾ ਵੈਲੋਚਿਤਾ ਵੀ ਆਉਂਦਾ, ਵੈਲੋਚਿਤਾ ਸੋਸਟੇਨੂਤਾ। ਇਹਨਾਂ ਨੂੰ ਹਾਈ ਸਪੀਡ ਮੰਨ ਕੇ ਚੱਲਣਾ, ਹਾਈ ਸਪੀਡ। ਕੂਰਵੇ ਜਿਹੜੇ ਤੈਅ ਕੀਤੇ ਹੈ, ਅੱਛਾ ਆ ਵੀ ਬੋਲ ਦਿੰਦਾ ਮੈਂ, ਪਰਕੋਰਸੋ, ਮਰਚਾਰੇ, ਚਿਰਕੋਲਾਰੇ, ਹੈ ਨਾ, ਕੋਂਦੂਰੇ, ਵਿਆਜਾਰੇ, ਇਹ ਸਾਰੇ ਟ੍ਰਾਂਜ਼ਿਟਾਰੇ, ਇਹ ਸਭ ਜਾਣਾ ਹੀ ਹੈ। ਕੂਰਵੇ ਜਿਹਨੇ ਤੈਅ ਕਰਦੇ ਆ, ਜਾਂਦੇ ਆ ਹਾਈ ਸਪੀਡ ਤੇ, ਜੇ ਲੰਘੇ ਕੂਰਵੇ ਤੇ। strisciamento dei pneumatici aumenta la rumorosità del veicolo। ਬਿਲਕੁਲ ਸਹੀ ਹੈ। ਟਾਇਰਾਂ ਦੀ ਰਗੜ, ਸਟ੍ਰੀਸ਼ਾ ਟਾਇਰ ਰਗੜ ਮੋੜ ਤੇ ਉੱਪਰ ਹੁੰਦੀ ਹੈ, ਉਹ ਸ਼ੋਰ ਨੂੰ ਵਧਾਉਂਦੀ ਹੈ। ਬਿਲਕੁਲ, ਇਹ ਵੀ ਸ਼ੋਰ ਵਧਾਉਣ ਦਾ ਕਾਰਨ ਹੈ। ਜੇ ਰਿਮੋਰਕੀ ਪਾਈ ਆ ਉਹ ਉਛਲਦੀਆਂ ਸਬਲ ਸਾਨੋ ਕਰਦੀਆਂ, ਉਹ ਵੀ ਸ਼ੋਰ ਦਾ ਕਾਰਨ ਹੈ। ਹੋਰਨ ਸ਼ੋਰ ਦਾ ਕਾਰਨ ਹੈ। ਬ੍ਰੇਕਾਂ ਤੁਹਾਡੀਆਂ ਪੁਰਾਣੀਆਂ ਹੋ ਗਈਆਂ, ਉਹ ਵੀ ਆਵਾਜ਼ ਕਰ ਸਕਦੀਆਂ, ਉਹ ਵੀ ਸ਼ੋਰ ਦਾ ਕਾਰਨ ਹੈ। ਹੋਰਨ ਤਾਂ ਹੈ ਹੀ ਹੈ ਚਲੋ। ਤੇ ਬਾਕੀ ਦਰਵਾਜ਼ੇ ਵੀ ਜ਼ੋਰ ਦੇ ਨਾਲ ਬੰਦ ਕਰਦੇ ਆ, ਉਹ ਵੀ ਸ਼ੋਰ ਦਾ ਕਾਰਨ ਹੈ। ਤੇ ਸ਼ੋਰ ਦੇ ਕਾਰਨ ਤਾਂ ਉਹ ਇੱਕ ਸਵਾਲ ਆਉਂਦਾ, ਸਿਰਫ ਕਹਿੰਦਾ ਮੋਟਰ ਹੀ ਸ਼ੋਰ ਕਰਦੀ ਹੈ। ਨਹੀਂ, ਮੋਟਰ ਤਾਂ ਕਰਦੀ ਹੈ ਉਸ ਤੋਂ, ਕਿਉਂਕਿ ਸਾਇਲੈਂਸਰ ਜਦੋਂ ਖਰਾਬ ਹੋ ਜਾਂਦਾ ਉਹ ਵੀ ਸ਼ੋਰ ਦਾ ਕਾਰਨ। ਉਸ ਤੋਂ ਇਲਾਵਾ ਦਰਵਾਜ਼ੇ, ਹੋਰਨ, ਇਹ ਮੋਟਰ ਨਾਲ ਰਿਲੇਟਡ ਨਹੀਂ ਗੇ, ਇਹ ਵੀ ਸ਼ੋਰ ਕਰਦੇ ਆ, ਤਾਂ ਇਹ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 30ਵਾਂ ਸਵਾਲ ਹੋ ਗਿਆ, ਵੇਰੋ, ਇਹ ਮਤਲਬ strisciamento ਦੀ ਮਾਸ਼ੀ ਸ਼ੋਰ ਜ਼ਿਆਦਾ ਕਰਦੀ ਹੈ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਫਿਰ ਬਾਕੀ ਮਿਲਦੇ ਆ ਅਗਲੇ ਵੀਡੀਓ 'ਚ। ਤੇ ਬਾਕੀ ਚੰਗਾ ਲੱਗੇ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ, ਪਰ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਚੰਗਾ ਲੱਗਿਆ ਜਾਂ ਨਹੀਂ ਵੀ ਚੰਗਾ ਲੱਗਿਆ। ਜੇ ਕੋਈ ਸੁਧਾਰ ਦੀ ਲੋੜ ਹੋਵੇ ਕਿ ਜ਼ਿਆਦਾ ਡਿਟੇਲ 'ਚ ਚੱਲ ਜੰਨੇ ਆ ਜਾਂ ਹੈ ਨਾ ਉਨਾ ਕੀ ਹੀ ਦੱਸਿਆ ਕਰੀਏ, ਤਾਂ ਜਿੱਦਾਂ ਠੀਕ ਲੱਗੇ ਤਾਂ ਤੁਹਾਡੀ ਸਲਾਹ ਦੇ ਨਾਲ ਹੀ ਆਪਾਂ ਇਹਨਾਂ ਨਾਲ ਹੋਰ ਸੁਧਾਰ ਕਰ ਸਕਦੇ ਹਾਂ। ਤੇ ਛੇਤੀ ਮਿਲਦੇ ਹਾਂ ਜੀ ਅਗਲੇ ਵੀਡੀਓ 'ਚ। ਬਹੁਤ ਬਹੁਤ ਧੰਨਵਾਦ।